ਹੈਲੋ एवरीवन, ਵੈਰੀ ਗੁੱਡ ਈਵਨਿੰਗ ਟੂ ਆਲ। ਵੈਲਕਮ ਟੂ ਸਕਸੈਸ ਟੀ ਪੰਜਾਬ। ਸਫਲਤਾ ਦੇ ਰੁੱਖ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੇਰਾ ਨਾਮ ਹੈ ਜਸਕਰਨ ਸਿੰਘ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਪਾਂ ਜਿਹੜੀ ਇਹ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਇਸ ਸੀਰੀਜ਼ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਜੋ ਆਪਾਂ ਪੂਰੇ ਹਫਤੇ ਦੇ ਕਰੰਟ ਅਫੇਅਰ ਕੀਤੇ ਆ ਉਹ ਸਾਰਿਆਂ ਦੀ ਰਿਵੀਜ਼ਨ ਆਪਾਂ ਦਿਨ ਐਤਵਾਰ 12 ਵਜੇ ਦੇ ਸੈਸ਼ਨ ਦੇ ਵਿੱਚ ਆਪਾਂ ਕਵਰ ਕਰ ਲੈਂਦੇ ਹਾਂ। ਤਾਂ ਉਹਦੇ ਨਾਲ ਆਪਣਾ ਕੀ ਹੋ ਜਾਊਗਾ, ਇੱਕ ਤਾਂ ਜਿਹੜੇ ਆਪਣੇ ਜਿਹੜੇ ਕਰੰਟ ਅਫੇਅਰ ਕੀਤੇ ਹੋਏ ਨੇ ਉਹਨਾਂ ਦੀ ਰਿਵੀਜ਼ਨ ਹੋ ਜੂਗੀ, ठीक है। जी अपनी मैमरी है वो थोड़ी ज़्यादा इंक्रीज़ हो जाएगी याद रखने की। तो इस तरीके नाल थोड़ी मैमरी नू डे बाय डे इंक्रीज़ करने लिए ये थोड़े एफर्ट्स किए जा रहे हैं, ठीक है। चलो फिर अज के सैशन की शुरुआत करते हैं तो देखने अज के सैशन का सब तो पहला क्वेश्चन। हाँ जी, सब तो पहला क्वेश्चन देखो अपने को की है, Recently, the first joint exercise केड़ी Cyclone 1 is being organized by Indian Army in Rajasthan with which country? ਕਿਹੜੀ ਕੰਟਰੀ ਦੇ ਨਾਲ ਮਿਲ ਕੇ ਇੰਡੀਆ ਨੇ ਇੱਕ ਐਕਸਰਸਾਈਜ਼ ਕੰਡਕਟ ਕੀਤੀ ਹੈ, ਉਹਦਾ ਨਾਮ ਕੀ ਹੈ, ਸਾਈਕਲੋਨ 1 ਹੈ, ਠੀਕ ਹੈ। ਕਿੱਥੇ ਕੰਡਕਟ ਕੀਤੀ ਹੈ? ਰਾਜਸਥਾਨ ਦੇ ਵਿੱਚ। ਅਗਰ ਰਾਜਸਥਾਨ ਦੇ ਵਿੱਚ ਪੁੱਛਿਆ ਜਾਵੇ ਕਿਹੜੀ ਜਗ੍ਹਾ ਤੇ ਕੀਤੀ ਹੈ ਤਾਂ ਆਪਣੇ ਕੋਲ ਕੀ ਆ ਜਾਊਗਾ, ਜੈਸਲਮੇਰ ਦੇ ਵਿੱਚ। ਕਿੱਥੇ? ਜੈਸਲਮੇਰ ਦੇ ਵਿੱਚ ਕੰਡਕਟ ਕੀਤੀ ਗਈ ਹੈ। ਇਹ ਐਕਸਰਸਾਈਜ਼ ਦੀ ਗੱਲ ਕਰੀਏ ਕਿੰਨੀ ਹੈ, 14 ਡੇਜ਼ मतलब 14 ਦਿਨਾਂ ਦੀ ਇਹ ਐਕਸਰਸਾਈਜ਼ ਜਿਹੜੀ ਇਹ ਚੱਲ ਰਹੀ ਹੈ। ਤਾਂ ਕਿਹੜੇ ਕੰਟਰੀ ਨਾਲ ਮਿਲ ਕੇ ਕੀਤੀ ਗਈ ਹੈ? ਇਹ ਇਜਿਪਟ ਨਾਲ ਮਿਲ ਕੇ ਕੀਤੀ ਹੈ। ਕਿਹੜੀ ਨਾਲ? ਇਜਿਪਟ ਨਾਲ। ਇਜਿਪਟ ਨਾਲ ਹੀ ਕਿਉਂ? ਕਿਉਂਕਿ ਤੁਸੀਂ ਰਿਪਬਲਿਕ ਡੇ ਨਾਲ ਇਹਨੂੰ ਕੋਲ ਲਿੰਕ ਕਰ ਸਕਦੇ ਹੋ, ਕਿਉਂਕਿ ਰਿਪਬਲਿਕ ਡੇ ਤੇ ਜਿਹੜੇ ਆਪਣੇ ਚੀਫ ਗੈਸਟ ਆਏ ਸੀ ਉਹ ਕੌਣ ਸੀ? ਇਜਿਪਟ ਦੇ ਪ੍ਰੈਜ਼ੀਡੈਂਟ ਸੀਗੇ। ਹੁਣ ਇਜਿਪਟ ਦੇ ਪ੍ਰੈਜ਼ੀਡੈਂਟ ਕੌਣ ਨੇ? ਠੀਕ ਹੈ, ਇਹ ਤਾਂ ਪਤਾ ਹੀ ਹੋਊਗਾ ਜਾਂ ਕਮੈਂਟ ਕਰਕੇ ਦੱਸੋਗੇ? ਚਲੋ ਕਮੈਂਟ ਕਰਕੇ ਦੱਸੋ ਇਹ ਗੱਲ ਛੋਟੀ ਜੀ। which resolution co-sponsored by India has been adopted by United Nations General Assembly recently? ਹੁਣ ਇੱਕ ਇੰਡੀਆ ਵੱਲੋਂ ਇੱਕ ਗੱਲ ਪ੍ਰਪੋਜ਼ ਕੀਤੀ ਗਈ ਸੀ, ਇੱਕ ਰੈਜ਼ੋਲੂਸ਼ਨ ਪ੍ਰਪੋਜ਼ ਕੀਤੀ ਗਈ ਸੀ ਜਿਹੜੀ UNGA ਵੱਲੋਂ ਅਸੈਪਟ ਕੀਤੀ ਗਈ ਹੈ। ਉਹ ਕੀ ਸੀਗੀ ਉਹ ਰੈਜ਼ੋਲੂਸ਼ਨ? ਉਹ ਕੀ ਸੀ? ਐਜੂਕੇਸ਼ਨ ਫॉर ਡੈਮੋਕ੍ਰੇਸੀ। ਕੀ ਸੀ? ਐਜੂਕੇਸ਼ਨ ਫॉर ਡੈਮੋਕ੍ਰੇਸੀ, ਜਿਹਦੇ ਵਿੱਚ ਇੰਡੀਆ ਦਾ ਇਹ ਕਹਿਣਾ ਸੀ ਵੀ ਐਜੂਕੇਸ਼ਨ ਹਰ ਕਿਸੇ ਲਈ ਪ੍ਰੋਵਾਈਡ ਹੋਣੀ ਚਾਹੀਦੀ ਹੈ, ਇਕੁਐਲਿਟੀ ਹੋਣੀ ਚਾਹੀਦੀ ਹੈ, ਐਜੂਕੇਸ਼ਨ ਦਾ ਹੱਕ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ। The objective of recently released 17th ASER 2022 ਰਿਪੋਰਟ ਇਸ। ਹਾਂ, ਹੁਣ ASER ਦਾ ਇੱਕ ਜਿਹੜੀ ਰਿਪੋਰਟ ਰੀਸੈਂਟਲੀ ਰਿਲੀਜ਼ ਕੀਤੀ ਗਈ ਸੀ। ਹੁਣ ASER ਕੀ ਹੈ? ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ। ਕੀ ਹੈ? ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ। ਹੁਣ ਇਹ ਅਗਰ ਆਪਾਂ ਰਿਪੋਰਟ ਦੀ ਗੱਲ ਕਰੀਏ, ਇਸ ਰਿਪੋਰਟ ਦਾ ਕੀ ਕਹਿਣਾ ਹੈ? ਇਸ ਰਿਪੋਰਟ ਦਾ ਇਹ ਕਹਿਣਾ ਹੈ ਕਿਉਂਕਿ ਇਹਦੇ ਵਿੱਚ ਕੀ ਹੋ ਰਿਹਾ ਸੀਗਾ, ਜਿਵੇਂ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਆ ਉਹਨਾਂ ਦੀ ਇਨਰੋਲਮੈਂਟ ਕਾਫੀ ਘੱਟ ਰਹੀ ਸੀ ਜਾਂ ਵੱਧ ਰਹੀ ਸੀ, ਉਹਦੇ ਉੱਤੇ ਡਿਸਕਸ ਕੀਤਾ ਗਿਆ ਸੀ। ਓਵਰਆਲ ਦੇਖਿਆ ਜਾਵੇ ਤਾਂ ਇਨਰੋਲਮੈਂਟ ਘਟੀ ਹੈ, ਲੇਕਿਨ ਅਗਰ ਦੇਖਿਆ ਜਾਵੇ ਕੁਝ ਫੈਕਟਰ ਦੇ ਵਿੱਚ ਤਾਂ ਉਹਨਾਂ ਨਾਲ ਕੀ ਹੋਇਆ, ਇਨਰੋਲਮੈਂਟ ਘਟੀ ਵੀ ਹੋਈ ਹੈ। ਤਾਂ ਇਹਦੇ ਵਿੱਚ ਕੀ ਗੱਲ ਹੈ, ਇਨਹੈਂਸ ਆਫ ਕੁਆਲਿਟੀ ਆਫ ਐਜੂਕੇਸ਼ਨ ਇਸ ਰਿਪੋਰਟ ਦੇ ਵਿੱਚ ਇਸ ਰਿਲੇਟਿਡ ਗੱਲ ਕੀਤੀ ਗਈ ਸੀ। Recently, in which national park of Chhattisgarh a species of rare orange color bat has been sighted? ਹੁਣ ਦੇਖੋ ਰੇਅਰ ਔਰੇਂਜ ਬੈਟ, ਉਹੀ ਬੈਟ ਜਿਹੜਾ ਤੁਸੀਂ ਕਿਊਟ ਕਹਿ ਰਹੇ ਸੀਗੇ, ਹੈ ਨਾ, ਉਹੀ ਬੈਟ ਦੀ ਗੱਲ ਕਰੀ ਜਿਹੜਾ ਵੈਸੇ ਕਲਰ ਉਹਦਾ ਕਾਫੀ ਇੰਟਰਸਟਿੰਗ ਸੀਗਾ, ਕਾਫੀ ਵਧੀਆ ਕਲਰ ਸੀਗਾ, ਠੀਕ ਹੈ। ਛੱਤੀਸਗੜ੍ਹ ਦੇ ਕਿਹੜਾ ਇਹੋ ਜਿਹਾ ਨੈਸ਼ਨਲ ਪਾਰਕ ਹੈ ਜਿਹਦੇ ਵਿੱਚ ਉਹ ਬੈਟ ਡਿਸਕਵਰ ਕੀਤੀ ਗਈ ਹੈ? ਛੱਤੀਸਗੜ੍ਹ ਦੇ, ਠੀਕ ਹੈ। ਉਸ ਤੋਂ ਫਰਦਰ ਅਗਰ ਦੇਖਿਆ ਜਾਵੇ ਇਹਦੇ ਵਿੱਚ ਹੀ ਖੋਜ ਚੀਜ਼ ਕਹੀ ਗਈ ਹੈ ਕਿ ਬੈਟ ਬਾਰੇ ਆਪਾਂ ਨੂੰ ਪਤਾ ਚੱਲ ਗਿਆ ਕਲਰਡ ਬੈਟ ਹੈ, ਠੀਕ ਹੈ, ਔਰੇਂਜ ਬੈਟ ਹੈ। ਹੁਣ ਫਰਦਰ ਇਹਦਾ ਅਗਰ ਮੈਂ ਦੇਖਿਆ ਜਾਵੇ ਤਾਂ ਇਹਨੂੰ ਹੋਰ ਕੀ ਚੀਜ਼ ਕਿਹਾ ਜਾਂਦਾ? ਇਹਨੂੰ ਪੇਂਟਿਡ ਬੈਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੇਂਟਿਡ ਬੈਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਹੁਣ ਪੇਂਟਿਡ ਬੈਟ ਤੋਂ ਸਿਵਾ ਇਹਦਾ ਇੱਕ ਸਾਇੰਟੀਫਿਕ ਨੇਮ ਵੀ ਹੈ। ਤਾਂ ਸਾਇੰਟੀਫਿਕ ਨੇਮ ਦੀ ਗੱਲ ਕਰਾਂ, ਉਹ ਨਾਮ ਮੈਂ ਤੁਹਾਨੂੰ ਕਹੂੰਗਾ, ਤੁਸੀਂ ਦੱਸੋ ਕੀ ਹੈ, ਉਹਦਾ ਕਮੈਂਟ ਕਰਕੇ ਆਪਣਾ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ, ਠੀਕ ਹੈ। ਤਾਂ ਇਹ ਛੱਤੀਸਗੜ੍ਹ ਦੇ ਕਿਹੜੇ ਨੈਸ਼ਨਲ ਪਾਰਕ ਦੇ ਵਿੱਚ ਮਿਲੀ ਗਈ ਹੈ? ਤਾਂ ਆਪਣੇ ਕੋਲ ਕੀ ਆ ਜਾਊਗਾ, ਕਾਂਗਰ ਵੈਲੀ ਨੈਸ਼ਨਲ ਪਾਰਕ। ਕਿਹੜਾ? ਕਾਂਗਰ ਵੈਲੀ ਨੈਸ਼ਨਲ ਪਾਰਕ ਦੇ ਵਿੱਚ ਇਹ ਚੀਜ਼ ਮਿਲੀ ਗਈ ਹੈ। ਚਲੋ ਨੈਕਸਟ ਦੇਖੋ ਆਪਣੇ ਕੋਲ ਕੀ ਹੈ। Recently, for the first time, in the country, which state has announced to give 60 days mandatory leave to girl student? ਹੁਣ ਦੇਖੋ ਵੈਸੇ ਇਹ ਚੀਜ਼ ਨਿਊਜ਼ ਦੇ ਵਿੱਚ ਤੁਹਾਨੂੰ ਨਹੀਂ ਕਰਾਈ ਸੀ, ਜਿਹੜੀ ਆਪਣੀ ਡੇਲੀ ਕਰੰਟ ਅਫੇਅਰ ਹੁੰਦੇ ਸੀ ਉਹਦੇ ਵਿੱਚ ਰੀਜ਼ਨ ਇਹੀ ਸੀਗਾ, ਠੀਕ ਹੈ, ਵੀ ਇਹ MCQ ਫਾਰਮੈਟ ਦੇ ਵਿੱਚ ਮੈਂ ਕਵਰ ਕਰ ਦੂੰ, ਠੀਕ ਹੈ। ਹੁਣ ਕੀ ਹੋਇਆ, ਸਕੂਲਾਂ ਦੇ ਵਿੱਚ ਕੀ ਕੀਤਾ, ਇੱਕ ਮੈਂਡੇਟਰੀ 60 ਡੇਜ਼ ਦੀ ਲੀਵ ਹੈ ਜਿਹੜੀ ਉਹ ਪ੍ਰਵੇਲ ਕੀਤੀ ਗਈ ਹੈ ਕਿਹਨਾਂ ਨੂੰ? ਗਰਲਸ ਚਾਈਲਡਸ ਨੂੰ, ਠੀਕ ਹੈ। ਕਿਹੜੇ ਸਟੇਟ ਵੱਲੋਂ ਕੀਤਾ ਗਿਆ, ਠੀਕ ਹੈ। ਉਹਦੇ ਪਿੱਛੇ ਰੀਜ਼ਨ ਕੀ ਹੈ? ਉਹਦੇ ਪਿੱਛੇ ਰੀਜ਼ਨ ਇਹ ਹੈ, ਠੀਕ ਹੈ, ਜਿਹੜੇ ਗਰਲਸ ਨੇ ਜਿਹੜੇ ਉਹਨਾਂ ਦੇ ਜਿਹੜੇ
ਜਿਹੜੇ ਪੀਰੀਅਡਸ ਆਉਂਦੇ ਆ ਉਹ ਜਿਹੜਾ ਮੇਨ ਰੀਜ਼ਨ ਹੈ ਜਿਹਦੇ ਕਰਕੇ ਉਹਨਾਂ ਨੂੰ ਇਹ ਮੈਟਰਨਿਟੀ ਲੀਵ 1 ਸਾਲ ਦੇ ਵਿੱਚ ਜਿਹੜੀਆਂ 60 ਪ੍ਰੋਵਾਈਡ ਕੀਤੀਆਂ ਗਈਆਂ ਤਾਂ ਕਿ ਗਰਲ ਸਟੂਡੈਂਟਸ ਨੂੰ ਮਤਲਬ ਜਿਹੜੇ ਡਿਫਿਕਲਟ ਟਾਈਮ ਤੋਂ ਮਤਲਬ ਹੈ ਵੀ ਜਿਹੜੇ ਪੀਰੀਅਡਸ ਦੇ ਵਿੱਚ ਜੋ ਉਹਨਾਂ ਨੂੰ ਫੀਲ ਕਰਨਾ ਪੈਂਦਾ ਉਹ ਕੁਝ ਦਿਨ ਘਰੇ ਬਹਿ ਕੇ ਈਜ਼ੀਲੀ ਉਹ ਟਾਈਮ ਕੱਢ ਸਕਦੇ ਆ, ਮਤਲਬ ਕੰਪਲਸਰੀ ਨਹੀਂ ਆ ਉਹਨਾਂ ਲਈ ਸਕੂਲ ਆਉਣਾ। ਠੀਕ ਹੈ, ਤਾਂ ਕਿਹੜਾ ਇਹਨਾਂ ਵਿੱਚੋਂ ਕਿਹੜਾ ਰਾਜ ਹੈ ਜਿਹਦੇ ਵੱਲੋਂ ਕੀਤਾ ਗਿਆ, ਤਾਂ ਆਪਣੇ ਕੋਲ ਕੀ ਆ ਜਾਊਗਾ ਆਪਸ਼ਨ ਡੀ ਕੇਰਲਾ ਵੱਲੋਂ। ਕਿਹਦੇ ਵੱਲੋਂ? ਆਪਸ਼ਨ ਡੀ ਕੇਰਲਾ ਵੱਲੋਂ ਕੀਤਾ ਗਿਆ ਹੈ। UNESCO has announced to dedicate International Day of Education 2023 to the women of which country? ਹੁਣ ਕਿਹੜੀ ਕੰਟਰੀ ਦੀ ਜਿਹੜੀ ਵੂਮੈਨਸ ਹੈ ਜਿਨ੍ਹਾਂ ਨੂੰ ਲੈ ਕੇ ਐਜੂਕੇਸ਼ਨ ਡੇ ਹੈ ਜਿਹੜਾ ਰਿਪਰੈਜ਼ੈਂਟ ਕੀਤਾ ਗਿਆ। ਹੁਣ ਇਹਦੇ ਵਿੱਚ ਨੈਕਸਟ ਚੀਜ਼ ਤੁਹਾਡੇ ਤੋਂ ਮੈਂ ਕੀ ਪੁੱਛੂੰਗਾ ਵੀ ਜਿਹੜਾ ਇੰਟਰਨੈਸ਼ਨਲ ਐਜੂਕੇਸ਼ਨ ਡੇ ਆ ਉਹ ਕਿਸ ਦਿਨ ਮਨਾਇਆ ਜਾਂਦਾ ਹੈ, ਕਿਸ ਦਿਨ ਮਨਾਇਆ ਜਾਂਦਾ ਹੈ, ਕਿਹੜੇ ਡੇ ਦੀ ਆਪਾਂ ਗੱਲ ਕਰਦੇ ਹਾਂ। ਹੁਣ ਅਗਰ ਆਪਾਂ ਗੱਲ ਕਰੀਏ ਯੂਨੈਸਕੋ ਨੇ ਕਿਹਨੂੰ ਕੀਤਾ ਹੋਇਆ ਡੈਡੀਕੇਟ, ਤਾਂ ਆਪਣੇ ਕੋਲ ਕੀ ਆ ਜਾਊਗਾ ਆਪਸ਼ਨ ਏ ਅਫਗਾਨਿਸਤਾਨ ਨੂੰ ਕੀਤਾ। ਜਿਹੜੇ ਮੈਂ ਕੁਐਸਚਨ ਪੁੱਛੇ ਇਹਦੇ ਕਮੈਂਟ ਕਰਨੇ ਨੇ, ਠੀਕ ਹੈ, ਐਦਾਂ ਨਹੀਂ ਹੈ ਵੀ ਐਦਾਂ ਹੀ ਚੱਲ ਜੂਗਾ, ਠੀਕ ਹੈ, ਦੱਸਣਾ ਹੈ ਤਾਂ ਹੀ ਪਤਾ ਚੱਲੂਗਾ ਵੀ ਤੁਸੀਂ ਕਿਹੜੇ ਹੱਥ 'ਤੇ ਹੋ, ਕਿਹੜੇ ਪਾਣੀ ਦੇ ਵਿੱਚ ਬੈਠੇ ਹੋ। ਹੂ has recently developed indigenous mobile operating system ਭਾਰਤ OS। ਹੁਣ ਭਾਰਤ OS ਇੱਕ ਆਪਰੇਟਿੰਗ ਸਿਸਟਮ ਹੈ ਜਿਹੜਾ ਡਿਜ਼ਾਈਨ ਕੀਤਾ ਗਿਆ ਇੰਡੀਆ ਦੀ ਇੰਸਟੀਚਿਊਟ ਵੱਲੋਂ। ਉਹ ਪੁੱਛਿਆ ਗਿਆ ਕਿਹੜੀ ਇੰਸਟੀਚਿਊਟ ਵੱਲੋਂ ਡਿਜ਼ਾਈਨ ਕੀਤਾ ਗਿਆ। ਹੁਣ ਜਿਹੜਾ ਇਹ ਆਪਰੇਟਿੰਗ ਸਿਸਟਮ ਹੈ ਇਹਦੀ ਗੱਲ ਕਰੀਏ ਤਾਂ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ, ਇਹ ਆਪਰੇਟਿੰਗ ਸਿਸਟਮ ਕਾਫੀ ਫਾਸਟ ਹੈ। ਫਾਸਟ ਦੇ ਨਾਲ ਇਹਦੇ ਵਿੱਚ ਜਿਹੜੀ ਯੂਜ਼ਰ ਨੂੰ ਪ੍ਰਾਈਵੇਸੀ ਚਾਹੀਦੀ ਹੈ ਉਹ ਵੀ ਪ੍ਰੋਵਾਈਡ ਕੀਤੀ ਗਈ ਹੈ, ਐਫੀਸ਼ੀਐਂਟ ਹੈ, ਤੇ ਜਿਵੇਂ ਬਾਕੀ ਜਿਹੜੇ ਮਤਲਬ ਆਪਰੇਟਿੰਗ ਸਿਸਟਮ ਨੇ ਉਹਨਾਂ ਨਾਲੋਂ ਕਾਫੀ ਜ਼ਿਆਦਾ ਹੀ ਇਹ ਮਤਲਬ ਯੂਜ਼ਰ ਫਰੈਂਡਲੀ ਹੈ ਤੇ ਫਾਸਟ ਹੈ। ਠੀਕ ਹੈ, ਇਹ 'ਤੇ ਸਭ ਤੋਂ ਜ਼ਿਆਦਾ ਫੋਕਸ ਕੀਤਾ ਗਿਆ ਸੀ। ਤਾਂ ਅਗਰ ਦੇਖਿਆ ਜਾਵੇ ਕਿਹੜੀ ਇੰਸਟੀਚਿਊਟ ਵੱਲੋਂ ਡਿਵੈਲਪ ਕੀਤਾ ਗਿਆ ਤਾਂ ਆਪਣੇ ਕੋਲ ਕੀ ਆ ਜਾਊਗਾ IIT ਮਦਰਾਸ ਵੱਲੋਂ ਕੀਤਾ ਗਿਆ। ਹੁਣ ਇਹ ਕਿਹਦੀ ਗੱਲ ਹੋ ਰਹੀ ਹੈ, ਦੇਖੋ ਮੋਬਾਈਲ ਦੇ ਵਿੱਚ ਗੱਲ ਹੋ ਰਹੀ ਹੈ, ਤਾਂ ਮੋਬਾਈਲ ਦੇ ਵਿੱਚ ਹੋਰ ਆਪਰੇਟਿੰਗ ਸਿਸਟਮ ਕਿਹੜੇ ਯੂਜ਼ ਹੁੰਦੇ ਨੇ। ਠੀਕ ਹੈ, ਜਿਵੇਂ ਐਪਲ ਦੀ ਗੱਲ ਕਰੀਏ ਤਾਂ ਆਪਣੇ ਕੋਲ iOS ਆ ਜਾਊਗਾ। ਠੀਕ ਹੈ, ਨਾਰਮਲ ਫੋਰਮਸ ਦੀ ਗੱਲ ਕਰੀਏ ਤਾਂ ਆਪਣੇ ਕੋਲ ਐਂਡਰਾਇਡ ਜਿਹੜਾ ਉਹ ਆਪਣੇ ਕੋਲ ਕੀ ਆਪਰੇਟਿੰਗ ਸਿਸਟਮ ਹੈ। ਬਲੈਕਬੇਰੀ ਦਾ ਰਿਮ ਹੈ, ਬਲੈਕਬੇਰੀ ਰਿਮ, ਇਹ ਕਿਹਨੇ ਆਪਰੇਟਿੰਗ ਸਿਸਟਮ ਨੇ। ਐਦਾਂ ਹੀ ਇੰਡੀਆ ਨੇ ਕਿਹੜਾ ਬਣਾਇਆ ਹੈ, ਭਾਰਤ OS ਬਣਾਇਆ। OS ਤੋਂ ਮਤਲਬ ਕੀ ਹੈ, ਭਾਰ OS ਤੋਂ ਮਤਲਬ ਕੀ ਹੈ ਆਪਰੇਟਿੰਗ ਸਿਸਟਮ। ਕਿਹਦੇ ਦੁਆਰਾ? IIT ਮਦਰਾਸ ਦੁਆਰਾ। ਵੇਅਰ ਹੈਜ਼ ਦੀ ਤਰੰਗ ਮੇਲ ਸਰਵਿਸ being recently started by Indian Postal Department to deliver parcel and mails by sea? By sea, मेल्स बाय सी। ठीक है, किहदे थ्रू, मतलब जे समुद्र के रास्ते के थ्रू या सी के थ्रू की जाणगियां मेल्स कीतियां जाणगियां। ते कित्थों स्टार्ट होया ते कित्थे खत्म होया। हुण इन्हां ने कुछ की पुछया, इन्हां ने पुछया स्टार्टेड बारे पुछया, इन्हां ने ये नहीं पुछया भी कित्थे तक जाणगे, क्योंकि गुजरात दे विच भी, ठीक है, गुजरात दे विच भी यह चीज़ की जाएगी। विद इन गुजरात भी मतलब सर्विस प्रोवाइड की जाती है थ्रू मतलब पोस्टल सर्विस या तरंग मेल सर्विस। उस तो सिवा अगर गुजरात तो देखा जाए तो गुजरात तो महाराष्ट्र तक भी की है थ्रू सी ये सर्विस प्रोवाइड की जाऊगी मेल्स की किहदे द्वारा? पोस्टल डिपार्टमेंट द्वारा, इंडियन पोस्टल डिपार्टमेंट्स द्वारा। ओके, चलिए। Recently 126th birth anniversary of नेताजी सुभाष चंद्र बोस was celebrated। ठीक है जी, सैलीब्रेट की गई सी 126 किहड़े दिन की गई सी, किस दिन की जाती है इन्हां दी जिहड़ी बर्थ एनिवर्सरी है सैलीब्रेट? हाँ जी, किहड़े दिन की जाती है? ओके, बाय होम कन्फर द टाइटल ऑफ नेताजी। ਹੁਣ देखो नेताजी का टाइटल है ਜਿਹੜਾ सुभाष चंद्र बोस ਨੂੰ ਇਹ टाइटल ਕਿੰਨਾ ਦੁਆਰਾ ਦਿੱਤਾ ਗਿਆ ਸੀ। ਹੁਣ ਆਪਸ਼ਨਾਂ ਧਿਆਨ ਨਾਲ ਦੇਖੋ, ਰਵਿੰਦਰਨਾਥ ਟੈਗੋਰ, ਸਰਦਾਰ ਪਟੇਲ, ਮਹਾਤਮਾ ਗਾਂਧੀ ਜਾਂ ਹਿਟਲਰ। ਦੇਖੋ ਇਹ ਜਿਹੜਾ ਟਾਈਟਲ ਹੈ ਪਹਿਲਾਂ ਇਹਨਾਂ ਦੇ ਕੋਲ ਇਹ ਟਾਈਟਲ ਨਹੀਂ ਸੀਗਾ। ਠੀਕ ਹੈ, ਤਾਂ ਨਾਰਮਲੀ ਵਰਕ ਕਰਦੇ ਸੀ, ਲੇਕਿਨ ਕਿਸੇ ਦੁਆਰਾ ਇਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਜਿਸ ਤਰੀਕੇ ਨਾਲ ਵਰਕ ਕਰ ਰਹੇ ਹੋ ਇੱਕ ਨੇਤਾ ਜੀ ਦੇ ਫਾਰਮ ਨਾਲ, ਮਤਲਬ ਇੱਕ ਲੀਡਰ ਹੈ ਜਿਨ੍ਹਾਂ ਨੇ ਪੂਰੀ ਕੰਟਰੀ ਨੂੰ ਸਾਥ ਲੈ ਕੇ ਜਾਏਗੀ। ਕਿਉਂਕਿ ਇਹ ਕੀ ਕਰ ਰਹੇ ਸੀ, ਇੱਕ ਆਰਮੀ ਕ੍ਰੀਏਟ ਕਰਨਾ ਚਾਹੁੰਦੇ ਸੀਗੇ ਵੀ ਜਿਹੜੀ ਇੰਡੀਆ ਦੀ ਸੀ, ਜਿਹਦੇ ਕਰਕੇ ਲੜ ਸਕਣ। ਕਿਉਂਕਿ ਇਹਨਾਂ ਨੇ ਸਲੋਗਨ ਵੀ ਤਾਂ ਦਿੱਤਾ ਸੀਗਾ ਵੀ ਤੂੰ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ। ਤਾਂ ਉਹ ਕੀ ਸੀਗਾ, ਉਹਦੇ ਲਈ ਉਹਦੇ ਇੱਕ ਲੀਡਰ ਬਣੀ ਸੀ। ਤਾਂ ਜਿਹੜਾ ਇਹਨਾਂ ਦਾ ਨਾਮ ਹੈ ਇਹ ਨੇਤਾ ਜੀ, ਜੋ ਇਹਨਾਂ ਨੂੰ ਨਾਮ ਦਿੱਤਾ ਗਿਆ ਸੀ ਕਿਹਨਾਂ ਦੁਆਰਾ ਦਿੱਤਾ ਗਿਆ ਸੀ? ਹਿਟਲਰ ਦੁਆਰਾ ਦਿੱਤਾ ਗਿਆ ਸੀ। ਇਹ ਨਾਮ ਕਿਹਨਾਂ ਦੁਆਰਾ? ਹਿਟਲਰ ਦੁਆਰਾ ਇਹ ਨਾਮ ਦਿੱਤਾ ਗਿਆ ਸੀ। ਵਿਚ ਸਬਮਰੀਨ ਆਫ ਦੀ 5th Cavalry class has been inducted into Indian Navy recently। ਹੁਣ recently ਕੀ ਹੋਇਆ, ਇੱਕ सबमरीन है जी 5th सबमरीन है इस बार की, इस फोकस किया जाऊगा। 5th सबमरीन है जी कमीशन की गई है इंडियन नेवी में, कमीशन की गई है इंडियन नेवी में। ठीक है, 5वीं है वो 5वीं केड़ी है, तो वो अपने को नाम आ जाऊगा ऑप्शन बी वागी।
ਕੀ ਨਾਮ ਆ ਜਾਊਗਾ? ਆਪਸ਼ਨ ਵੀ ਆ ਗਈ। ਮਤਲਬ ਜੇ ਪੰਜਵੀਂ ਹੈ ਤਾਂ ਇਸ ਤੋਂ ਪਹਿਲਾਂ 4 ਵੀ ਹੋਣਗੀਆਂ, ਇਸ ਤੋਂ ਪਹਿਲਾਂ 4 ਵੀ ਹੋਣਗੀਆਂ। ਉਹ ਚਾਰਾਂ ਦਾ ਕੀ ਨਾਮ ਹੈ? ਤੇ ਟੋਟਲ ਕਰਨੀਆਂ ਕਿੰਨੀਆਂ? ਟੋਟਲ 5 ਕਰਨੀਆਂ ਜਾਂ ਜ਼ਿਆਦਾ ਸੀਗੀਆਂ? ਤਾਂ ਟੋਟਲ ਦੀ ਗੱਲ ਕਰੀਏ ਤਾਂ ਟੋਟਲ ਕਿੰਨੀਆਂ ਸੀਗੀਆਂ? 6 ਕਰਨੀਆਂ। ਟੋਟਲ ਕਿੰਨੀਆਂ? 6 ਕਰਨੀਆਂ। ਪਹਿਲੇ ਦੀ ਸ਼ਿਪ ਦੀ ਗੱਲ ਨਾਮ ਕਰੀਏ, ਪਹਿਲਾਂ ਦਾ ਕੀ ਨਾਮ ਸੀ? ਕਲਵਰੀ, ਠੀਕ ਹੈ, ਜਾਂ ਕਾਲਵਾਰੀ, ਠੀਕ ਹੈ। ਦੂਜੇ ਦੀ ਗੱਲ ਕਰੀਏ, ਦੂਜੇ ਦਾ ਨਾਮ ਕੀ ਸੀ? ਖੰਦੇਈ, ਦੂਜੇ ਦਾ ਨਾਮ ਕੀ ਸੀ? ਖੰਦੇਈ। ਤੀਜੇ ਦੀ ਗੱਲ ਕਰੀਏ ਤਾਂ ਤੀਜੇ ਦਾ ਨਾਮ ਕੀ ਸੀਗਾ? ਤੀਜੇ ਦਾ ਨਾਮ ਸੀਗਾ ਕਰੰਜ, ਤੀਜੇ ਦਾ ਨਾਮ ਕੀ ਸੀਗਾ? ਕਰੰਜ। ਜਿਹੜੀ ਚੌਥੀ ਸ਼ਿਪ ਕਮਿਸ਼ਨ ਕੀਤੀ ਗਈ ਸੀ ਉਹਦਾ ਨਾਮ ਕੀ ਸੀਗਾ? ਵੈਲਾ, ਵੈਲਾ। ਜਿਹੜੀ ਪੰਜਵੀਂ ਕੀਤੀ ਹੈ ਉਹ ਵੈਗਾਰ ਹੈ, ਠੀਕ ਹੈ। ਜਿਹੜੀ 6ਵੀਂ ਹੈ ਇਹ ਕਰਨੀ ਹੈ, ਇਹ ਹਜੀ ਹੋਣੀ ਹੈ, ਇਹਦਾ ਨਾਮ ਕੀ ਹੈ? ਵਾਗਹੀਰ, ਵਾਗਸ਼ੀਰ, ਠੀਕ ਹੈ। ਇਹਦਾ ਨਾਮ ਕੀ ਹੈ? ਵਕਸ਼ੀਰ, ਠੀਕ ਹੈ। ਇਹ ਜਿਹੜੀ ਹੈ ਕਰਨੀ ਹੈ ਸ਼ਿਪ। ਇਹ ਜਿਹੜੀ ਕਰਨੀ ਹੈ ਇਹ ਕਦੋਂ ਹੋਊਗੀ? ਅਰਾਊਂਡ ਮਤਲਬ ਇਹ ਹੋਊਗੀ 2023 ਦੇ ਵਿੱਚ, ਮਤਲਬ ਇਸ ਸਾਲ ਕਰ ਦਿੱਤੀ ਜਾਊਗੀ। ਐਕਸਪੈਕਟ ਹੈ ਵੀ ਇਸ ਸਾਲ ਹੋ ਜੂਗੀ, ਠੀਕ ਹੈ। ਬਾਕੀ ਅਗਰ ਪਹਿਲੀਆਂ ਦੋ ਦੀ ਗੱਲ ਕਰੀਏ ਤਾਂ ਇਹ 2017 ਦੇ ਵਿੱਚ ਹੋਈ ਸੀ, ਇਹ 19 ਦੇ ਵਿੱਚ ਕੀਤੀ ਗਈ ਸੀ। ਅਗਰ ਤੀਜੀ ਦੀ ਗੱਲ ਕਰੀਏ ਤਾਂ ਤੀਜੀ ਕੀਤੀ ਗਈ ਸੀ, ਇਹ ਹੋਈ ਸੀ 2021 ਦੇ ਵਿੱਚ, ਠੀਕ ਹੈ। ਅਗਰ ਚੌਥੀ ਦੀ ਗੱਲ ਕਰੀਏ, ਚੌਥੀ ਕਦੋਂ ਹੋਈ ਸੀ? ਚੌਥੀ ਹੋਈ ਸੀ, ਚੌਥੀ ਵੀ 2021 ਦੇ ਵਿੱਚ ਹੀ ਕੀਤੀ ਗਈ ਸੀ। Where is country's deepest 108 feet underground metro station being set up? ਕਿੱਥੇ ਸੈਟਅਪ ਕੀਤਾ ਜਾ ਰਿਹਾ? ਹੁਣ ਇੱਕ ਚੀਜ਼ ਦਾ ਧਿਆਨ ਰੱਖਣਾ, ਕੁਐਸਚਨ ਤੁਹਾਨੂੰ ਕਨਫਿਊਜ਼ ਕਰ ਸਕਦਾ ਹੈ। ਉਰੇ ਫੀਟ ਲਿਖਿਆ, ਫੀਟ ਦੀ ਜਗ੍ਹਾ ਅਗਰ ਤੁਹਾਨੂੰ ਮੀਟਰ ਦੇ ਵਿੱਚ ਆ ਜਾਏ ਫਿਰ ਤੁਸੀਂ ਕੀ ਕਰੋਗੇ? ਫੀਟ ਦੀ ਜਗ੍ਹਾ ਅਗਰ ਤੁਸੀਂ ਮੀਟਰ ਦੇ ਵਿੱਚ ਆ ਜਾਓ ਤਾਂ ਕਨਫਿਊਜ਼ ਨਾ ਹੋ। ਅਗਰ ਉਹਨੇ 108 ਫੀਟ ਗਿਆ, ਫੀਟ ਗਿਆ, ਤਾਂ ਮੀਟਰ ਦੀ ਗੱਲ ਕਰੀਏ ਤਾਂ ਮੀਟਰ ਇਹ ਕਿੰਨਾ ਬਣਦਾ ਹੈ? ਅਰਾਊਂਡ 33 ਪੁਆਇੰਟ ਸਮਥਿੰਗ 0.1 ਮੀਟਰਸ ਦਾ ਬਣਦਾ ਹੈ, ਠੀਕ ਹੈ। ਤਾਂ ਫੀਟ ਦੀ ਜਗ੍ਹਾ ਤੁਹਾਨੂੰ ਮੀਟਰ ਵੀ ਦਿੱਤਾ ਜਾ ਸਕਦਾ। ਹੁਣ ਇਹ ਕਿੱਥੋਂ ਦੀ ਲੈ ਕੇ ਕਿੱਥੇ ਬਣ ਰਹੀ ਹੈ? ਅਗਰ ਗੱਲ ਕਰੀਏ ਤਾਂ ਪੂਨੇ ਦੇ ਵਿੱਚ ਡਿਵੈਲਪ ਹੋ ਰਹੀ ਹੈ। ਕਿੱਥੇ ਡਿਵੈਲਪ ਹੋ ਰਹੀ ਹੈ? ਪੂਨੇ ਦੇ ਵਿੱਚ ਬਣ ਰਹੀ ਹੈ। ਪੂਨੇ ਦੀ ਗੱਲ ਕਰੀਏ ਤਾਂ ਕਿੱਥੇ ਹੈ? ਮਹਾਰਾਸ਼ਟਰ ਦੇ ਵਿੱਚ। ਕਿੱਥੇ? ਮਹਾਰਾਸ਼ਟਰ ਦੇ ਵਿੱਚ, ਠੀਕ ਹੈ। ਕਿਉਂਕਿ ਇਹਦਾ ਅਗਰ ਡਿਸਟੈਂਸ ਦੇਖਿਆ ਜਾਵੇ ਤਾਂ ਪੂਨੇ ਤੋਂ ਲੈ ਕੇ ਮਹਾਰਾਸ਼ਟਰ ਦੇ ਵਿੱਚ ਮਤਲਬ ਜਿਹੜਾ ਡਿਸਟੈਂਸ ਆ ਉਹ ਇਹ ਤੈਅ ਕਰੂਗੀ। ਲੇਕਿਨ ਅਗਰ ਪੂਨੇ ਦੇ ਵਿੱਚ ਦੇਖਿਆ ਜਾਵੇ ਤਾਂ ਡੀਪੈਸਟ ਮੈਟਰੋ ਸਟੇਸ਼ਨ ਕਿੰਨਾ ਮਾਰ ਰਿਹਾ? 108 ਫੀਟ ਡੂੰਘਾ। ਮੀਟਰ ਦੀ ਗੱਲ ਕਰੀਏ ਤਾਂ ਕਿੰਨਾ ਹੋ ਜਾਊਗਾ? 33 ਮੀਟਰ ਹੈ। In Hockey World Cup 2023, which team was registered the biggest win? ਹਾਕੀ ਵਰਲਡ ਕੱਪ ਹਿਸਟਰੀ, ਹਾਕੀ ਵਰਲਡ ਕੱਪ ਦੀ ਹਿਸਟਰੀ ਦੇ ਵਿੱਚ ਕਿਹੜੀ ਟੀਮ ਹੈ ਜਿਹਨੇ ਹੁਣ ਤੱਕ ਦੀ ਸਭ ਤੋਂ ਬਿਗੈਸਟ ਵਿਨ ਹਾਸਲ ਕੀਤੀ ਹੈ? ਤਾਂ ਉਹਦੇ 'ਚ ਆਪਣੇ ਕੋਲ ਕੀ ਆ ਜਾਊਗਾ? ਨੀਦਰਲੈਂਡ ਵੱਲੋਂ ਕੀਤੀ ਗਈ ਹੈ। ਜਿਹੜੀ ਵਿਨ ਸੀਗੀ ਕਿੰਨੇ ਸੀਗੀ? 14-0 ਨਾਲ ਜਿੱਤੇ ਸੀ। 14 ਸਕੋਰ ਕਿੰਨੇ ਕੀਤੇ ਸੀ? ਨੀਦਰਲੈਂਡ। ਜਿਹੜੀ 0 ਸੀ ਮਤਲਬ ਕਿਹਦੇ ਅਗੇਂਸਟ ਮੈਚ ਖੇਡਿਆ ਸੀ? ਤਾਂ ਆਪਣੇ ਕੀ ਆ ਜਾਊਗਾ? ਚੀਲੀ ਜੋ ਵੀ ਮਤਲਬ ਪ੍ਰੋਨਾਊਂਸ ਕਰਦੇ ਇਹਨੂੰ, ਉਹ ਕੰਟਰੀ ਆ ਜੂਗੀ, ਠੀਕ ਹੈ। ਉਹਦੇ ਅਗੇਂਸਟ ਨੇ ਕੀਤਾ ਸੀ। ਲੇਕਿਨ ਅਗਰ ਇਹਦੇ ਵਿੱਚ ਇੱਕ ਹੋਰ ਚੀਜ਼ ਇੰਟਰਸਟਿੰਗ ਫੈਕਟ ਕੀ ਸੀਗਾ ਕਿ ਨੀਦਰਲੈਂਡ ਹੀ ਇਕਲੌਤੀ ਇਹੋ ਜਿਹੀ ਕੰਟਰੀ ਹੈ ਜਿੱਥੋਂ ਇੰਡੀਆ ਹਰ ਵਾਰ ਹਾਰਦੀ ਹੈ ਵਰਲਡ ਕੱਪ ਦੇ ਵਿੱਚ। ਮਤਲਬ ਇੰਡੀਆ ਹਰ ਵਾਰ ਨੀਦਰਲੈਂਡ ਤੋਂ ਹੀ ਹਾਰ ਕੇ ਵਰਲਡ ਕੱਪ ਦੇ ਵਿੱਚੋਂ ਬਾਹਰ ਹੋਈ ਹੈ। ਤਾਂ ਇਸ ਵਾਰ ਵੀ ਇਦਾਂ ਹੀ ਹੋਇਆ ਇੰਡੀਆ ਨਾਲ। ਤਾਂ ਅਗਰ ਬਿਗੈਸਟ ਵਿਨ ਦੀ ਗੱਲ ਕਰੀਏ ਤਾਂ ਕ੍ਰਿਕਟ ਦੇ ਵਿੱਚ ਵੀ ਇਦਾਂ ਹੋਇਆ। ਬਿਗੈਸਟ ਵਿਨ ਦੀ ਕੁਝ ਗੱਲ ਹੋਈ ਹੈ। ਅਗਰ ਕ੍ਰਿਕਟ ਦੇ ਵਿੱਚ ਬਿਗੈਸਟ ਵਿਨ ਦੀ ਗੱਲ ਦੇਖੀਏ ਤਾਂ ਆਪਣੇ ਕੋਲ ਕੀ ਆ ਜਾਊਗਾ? ਵੀ ਇੰਡੀਆ ਨੇ ਸ਼੍ਰੀਲੰਕਾ ਦੇ ਅਗੇਂਸਟ ਬਿਗੈਸਟ ਵਿਨ ਹਾਸਲ ਕਿੰਨੀ? ਅਰਾਊਂਡ 317 ਰਨ ਸੀਗੇ ਆਈ ਗੈਸ, ਠੀਕ ਹੈ। ਅਗਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਕਿੰਨੇ ਸੀਗੇ? 290 ਰਨਸ ਦੀ ਬਿਗੈਸਟ ਵਿਨ ਸੀ। ਉਹ ਦੇਖਿਆ ਜਾਵੇ ਤਾਂ ਨਿਊਜ਼ੀਲੈਂਡ ਨੇ ਜਿੱਤੀ ਸੀ। ਉਹ ਕਿਹਦੇ ਅਗੇਂਸਟ ਸੀਗਾ? ਉਹ ਸੀਗਾ ਆਪਣਾ ਆਇਰਲੈਂਡ ਦੇ ਅਗੇਂਸਟ। ਕਿਹਦੇ ਅਗੇਂਸਟ ਸੀਗਾ? ਆਇਰਲੈਂਡ ਦੇ ਅਗੇਂਸਟ ਸੀਗੀ। Recently, R. Vishnu Prasad has been awarded with Indian Achievers Award, ठीक है, for the year 2023 in which category? ਹੁਣ ਇੱਕ ਪਰਸਨ ਸੀ, ਕੌਣ? ਆਰ ਵਿਸ਼ਨੂੰ ਪ੍ਰਸਾਦ। ਉਹਨਾਂ ਨੂੰ ਅਵਾਰਡ ਦਿੱਤਾ ਗਿਆ। ਕਿਹੜਾ ਅਵਾਰਡ ਦਿੱਤਾ ਗਿਆ? ਇੰਡੀਅਨ ਅਚੀਵਰ ਅਵਾਰਡ ਦਾ। ਕਿਉਂ ਦਿੱਤਾ ਗਿਆ? ਰੀਜ਼ਨ ਕੀ ਹੈ? ਕਿਉਂਕਿ ਉਹਨਾਂ ਨੇ ਜਿਹੜੇ ਇੰਡੀਆ ਦੇ ਵਿੱਚ ਬਹੁਤ ਸਾਰੇ ਇਨੀਸ਼ੀਏਟਿਵ ਚੱਲੇ ਸੀ, ਉਹਨਾਂ ਨੇ ਉਹਦੇ 'ਚ ਬਹੁਤ ਸਾਰੀ ਕੰਟਰੀਬਿਊਸ਼ਨ ਕੀਤੀ ਹੈ। ਜਿਵੇਂ ਕਿ ਆਪਣੇ ਕੋਲ ਸੋਲਿਡ ਵੇਸਟ ਮੈਨੇਜਮੈਂਟ ਦੀ ਗੱਲ ਕਰੀਏ, ਸੋਲਿਡ ਵੇਸਟ ਮੈਨੇਜਮੈਂਟ ਵਾਲਾ ਜਿਹੜਾ ਸੀਗਾ ਉਹਦੇ ਵਿੱਚ ਵੀ ਇਹਨਾਂ ਦੀ ਕੰਟਰੀਬਿਊਸ਼ਨ ਸੀਗੀ, ਠੀਕ ਹੈ। ਸਵੱਛ ਭਾਰਤ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਜਿਹੜਾ ਸਵੱਛ ਭਾਰਤ ਅਭਿਆਨ ਚੱਲਿਆ ਉਹਦੇ ਵਿੱਚ ਵੀ ਸੀਗਾ। ਹੋਰ ਵੀ ਜਿਹੜੇ ਬਹੁਤ ਸਾਰੇ ਇਨੀਸ਼ੀਏਟਿਵ ਹੈ ਉਹਨਾਂ ਦੇ ਵਿੱਚ ਬਹੁਤ ਸਾਰਾ ਇਹਨਾਂ ਨੇ ਪਾਰਟਿਸਿਪੇਸ਼ਨ ਜਾਂ ਕੰਟਰੀਬਿਊਸ਼ਨ ਰਹੀ ਹੈ। ਤਾਂ ਇਹ ਕੀ ਨੇ? ਇੱਕ ਸਾਇੰਟਿਸਟ ਨੇ। ਇਹ ਕੀ ਨੇ? ਸਾਇੰਟਿਸਟ ਨੇ। ਤੇ ਇਹਨਾਂ ਦੇ ਨਾਮ ਤੇ ਅਗਰ ਉਂਝ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਇਹਨਾਂ ਨੇ ਪੇਟੈਂਟ ਵੀ ਕਰਾ ਰੱਖੇ ਆ। ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੇ ਕਾਫੀ ਇੰਟਰਸਟਿੰਗ ਨੇ।
According to the Global Firepower Report 2022, which what is the rank of India's military power at global level? अगर ग्लोबल ਲੈਵਲ ਤੇ ਦੇਖਿਆ ਜਾਵੇ ਤਾਂ ਇੰਡੀਆ ਦੀ ਪਾਵਰ ਕਿੰਨੀ ਹੈ ਗਲੋਬਲ ਲੈਵਲ ਤੇ, ਠੀਕ ਹੈ। ਅਗਰ ਗਲੋਬਲ ਲੈਵਲ ਤੇ ਦੇਖਿਆ ਜਾਵੇ ਤਾਂ ਇੰਡੀਆ ਚੌਥੇ ਨੰਬਰ ਤੇ ਸਟੈਂਡ ਕਰਦਾ, ਠੀਕ ਹੈ। ਤਾਂ ਪਹਿਲਾ, ਦੂਜਾ ਜਿਹੜਾ ਤੇ ਤੀਜਾ, ਤਾਂ ਪਹਿਲੇ ਤੇ ਕੌਣ ਕਰਦਾ, ਦੂਜੇ ਤੇ ਕੌਣ ਕਰਦਾ ਤੇ ਤੀਜੇ ਤੇ ਕੌਣ ਕਰਦਾ? ਪਹਿਲੇ ਤੇ ਜਿਵੇਂ ਆਪਣੇ ਸਾਰਿਆਂ ਨੂੰ ਪਤਾ ਹੈ ਕੌਣ ਆ ਗਿਆ, USA। ਦੂਜੇ ਤੇ ਆਪਣੇ ਕੋਲ ਕੌਣ ਆ ਗਿਆ, ਰਸ਼ੀਆ ਆ ਗਿਆ। ਤੀਜੇ ਤੇ ਆਪਣੇ ਕੋਲ ਕੌਣ ਆ ਗਿਆ, ਚਾਈਨਾ ਆ ਗਿਆ। ਤੇ ਚੌਥੇ ਦੀ ਗੱਲ ਕਰਾਂ, ਚੌਥੇ ਤੇ ਇੰਡੀਆ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਪੰਜਵਾਂ ਤੇ ਛੇਵੇਂ ਦੀ ਵੀ ਗੱਲ ਕਰੀਏ ਤਾਂ ਥੋੜਾ ਇੰਟਰਸਟਿੰਗ ਹੋਊਗਾ, ਜਿਹਦੇ ਕਰਕੇ ਆਪਾਂ ਇਹ ਦੋਨਾਂ ਵੀ ਇੰਕਲੂਡ ਕੀਤੀ ਹੈ। ਪੰਜਵੇਂ ਤੇ UK ਹੈ, ਛੇਵੇਂ ਦੀ ਗੱਲ ਕਰੀਏ ਛੇਵੇਂ ਤੇ ਕੌਣ ਹੈ, ਸਾਊਥ ਕੋਰੀਆ। ਛੇਵੇਂ ਤੇ ਕੌਣ ਹੈ, ਸਾਊਥ ਕੋਰੀਆ, ਠੀਕ ਹੈ। Who has been appointed as the new Prime Minister of New Zealand recently? हाँ जी, न्यूजीलैंड ਤੇ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਅਪਾਇੰਟ ਹੋਏ ਨੇ ਉਹ ਕੌਣ ਹੋਏ ਨੇ, ਉਹਨਾਂ ਦਾ ਨਾਮ ਕੀ ਹੈ? ਤਾਂ ਆਪਣੇ ਕੋਲ ਕੀ ਆ ਜਾਊਗਾ, ਕ੍ਰਿਸ ਹਿਪਕਿੰਸ। ਕੌਣ? ਕ੍ਰਿਸ ਹਿਪਕਿਨ। ਅਗਰ ਆਪਣੇ ਤੋਂ ਇਹ ਪੁੱਛਿਆ ਜਾਵੇ ਇਹਨਾਂ ਤੋਂ ਪਹਿਲਾਂ ਕੌਣ ਸੀਗੇ ਤਾਂ ਆਪਣੇ ਕੋਲ ਕੀ ਆ ਜਾਊਗਾ, ਜਸਿੰਡਿਆ। ਕੌਣ ਆ ਜਾਊਗਾ, ਜਸਿੰਡਿਆ, ਜਿਹੜੇ ਇਹਨਾਂ ਤੋਂ ਪਹਿਲਾਂ ਰਹੇ ਨੇ। Where is the mega exercise MFAX 2023 organized by Indian Navy? ਇੰਡੀਅਨ ਨੇਵੀ ਦੁਆਰਾ, ਇਹਨਾਂ ਦੁਆਰਾ ਜਿਹੜੀ ਆਪਣੇ ਕੋਲ ਆਪਸ਼ਨ ਨੇ ਉਹਨਾਂ ਵਿੱਚੋਂ ਕਿਹੜੀ ਇੱਕ ਜਗ੍ਹਾ ਤੇ ਇਹ ਐਕਸਰਸਾਈਜ਼ ਕੰਡਕਟ ਕੀਤੀ ਜਾ ਰਹੀ ਹੈ? ਕਿਹੜੀ ਆਪਣੇ ਕੋਲ ਆ ਗਿਆ, ਐਮਪੈਕਸ। ਤਾਂ ਆਪਣੇ ਕੋਲ ਕੀ ਆ ਜਾਊਗਾ, ਕਿੱਥੇ ਕੰਡਕਟ ਕੀਤੀ ਜਾ ਰਹੀ ਹੈ? ਇਹ ਕੀਤੀ ਜਾ ਰਹੀ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਕੰਡਕਟ ਕੀਤੀ ਜਾ ਰਹੀ ਹੈ। ਕੀ ਇਹਦੇ ਸਿਰਫ ਤੇ ਸਿਰਫ ਇੰਡੀਅਨ ਨੇਵੀ ਪਾਰਟਿਸਿਪੇਟ ਕਰ ਰਹੀ ਹੈ? ਨਹੀਂ। ਤਾਂ ਆਪਣੇ ਕੋਲ ਕੀ ਆ ਜਾਊਗਾ, ਇੰਡੀਅਨ ਆਰਮੀ ਵੀ ਕਰ ਰਹੀ ਹੈ, ਇੰਡੀਅਨ 에ਅਰ ਫੋਰਸ ਵੀ ਕਰ ਰਹੀ ਹੈ, ਇੰਡੀਅਨ ਕੋਸਟ ਗਾਰਡ ਵੀ ਕਰ ਰਿਹਾ, ਠੀਕ ਹੈ। ਸਾਰੇ ਹੀ ਮਿਲ ਕੇ ਜਿਹੜੇ ਐਕਸਰਸਾਈਜ਼ ਆ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਠੀਕ ਹੈ। ਕਿੱਥੇ? ਆਂਧਰਾ ਪ੍ਰਦੇਸ਼ ਦੇ ਵਿੱਚ। Which state recently launched School for Eminence project? ਕਿਹੜੇ ਰਾਜ ਸੀ ਜਿਹਦੇ ਦੁਆਰਾ ਸਕੂਲ ਆਫ ਐਮੀਨੈਂਸ ਹੈ ਜਿਹੜਾ ਇਹ ਪ੍ਰੋਜੈਕਟ ਹੈ ਲਾਂਚ ਕੀਤਾ ਗਿਆ? ਤਾਂ ਆਪਣੇ ਕੋਲ ਕੀ ਆ ਜਾਊਗਾ, ਪੰਜਾਬ ਦੁਆਰਾ ਕੀਤਾ ਗਿਆ। ਕਿਹਦੇ ਦੁਆਰਾ? ਪੰਜਾਬ ਦੁਆਰਾ ਕੀਤਾ ਗਿਆ। ਹੁਣ ਇਹ ਅਗਰ ਪ੍ਰੋਜੈਕਟ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਵੀ ਕਿਸੇ ਹੋਰ ਸਟੇਟ ਦੇ ਵਿੱਚ ਜਾਂ UT ਦੇ ਵਿੱਚ ਇਹ ਕੰਮ ਹੋਇਆ ਇਸ ਪ੍ਰੋਜੈਕਟ ਦੇ ਅਗੇਂਸਟ ਆ। ਮੈਂ ਕਿਹਦੀ ਗੱਲ ਕਰ ਰਿਹਾ? ਮੈਂ ਗੱਲ ਕਰ ਰਿਹਾ ਦਿੱਲੀ ਦੀ, ਠੀਕ ਹੈ। ਦਿੱਲੀ ਦੀ ਗੱਲ ਕਰੀਏ ਤਾਂ ਉੱਥੇ ਵੀ ਇਹ ਜਿਹੜਾ ਸਕੂਲ ਆਫ ਐਮੀਨੈਂਸ ਹੈ ਇਹ ਪ੍ਰੋਜੈਕਟ ਅਪਲਾਈ ਹੋਇਆ ਕਾਫੀ, ਮਤਲਬ ਦਿੱਲੀ ਦੇ ਵਿੱਚ ਕਾਫੀ ਇੰਪਰੂਵਮੈਂਟ ਹੋਈ ਹੈ ਸਕੂਲ ਲੈਵਲ ਤੇ, ਠੀਕ ਹੈ। ਦੇਖਿਆ ਜਾਵੇ ਤਾਂ ਮਤਲਬ ਸਕੂਲਸ ਨੂੰ ਅਪਗ੍ਰੇਡ ਕਰਨ ਦਾ ਹੀ ਪ੍ਰੋਜੈਕਟ ਹੈ। ਸਿਰਫ ਤਾਂ ਸਿਰਫ ਸਕੂਲ ਨਹੀਂ, ਸਕੂਲ ਦਾ ਇਨਫਰਾਸਟ੍ਰਕਚਰ ਹੋ ਗਿਆ, ਟੀਚਰ ਹੋ ਗਿਆ, ਟੀਚਰਸ ਦੀ ਕੁਆਲਿਟੀ ਹੋ ਗਈ, ਉਹਨਾਂ ਟੀਚਿੰਗ ਦਾ ਤਰੀਕਾ ਹੋ ਗਿਆ, ਉਹ ਸਾਰੀਆਂ ਚੀਜ਼ਾਂ ਨੂੰ ਅਪਗ੍ਰੇਡ ਕਰਨ ਦੀ ਗੱਲ ਕੀਤੀ ਹੋਈ ਹੈ। Who has been awarded the country's #1 ਪੁਲਿਸ ਸਟੇਸ਼ਨ award in the year 2022? ਹੁਣ ਕਿਹਦੀ ਗੱਲ ਕੀਤੀ ਹੈ? 2022 ਦੀ ਗੱਲ ਕੀਤੀ ਹੋਈ ਹੈ। ਲੇਕਿਨ ਅਗਰ ਇੱਦਾਂ ਪੁੱਛਿਆ ਜਾਵੇ 2021 ਦਾ, ਲੇਕਿਨ ਅਗਰ ਇੱਥੇ 2021 ਦਾ ਵੀ ਪੁੱਛਿਆ ਜਾਵੇ ਤਾਂ ਵੀ ਆਪਣੇ ਕੋਲ ਆਨਸਰ ਸੇਮ ਹੀ ਰਹੂਗਾ, ਤਾਂ ਵੀ ਆਪਣੇ ਕੋਲ ਕੀ ਰਹੂਗਾ, ਆਨਸਰ ਸੇਮ ਹੀ ਹੋਊਗਾ। ਕਿਹਦੀ ਗੱਲ ਕਰਿਆ? ਆਪਸ਼ਨ ਏ ਆਸਕਾ ਪੁਲਿਸ ਸਟੇਸ਼ਨ, ਜੋ ਕਿੱਥੇ ਹੈ? ਉੜੀਸਾ ਦੇ ਵਿੱਚ ਹੈ, ਜੋ ਕਿੱਥੇ ਹੈ? ਉੜੀਸਾ ਦੇ ਵਿੱਚ ਹੈ, ਠੀਕ ਹੈ। 2021 ਦਾ ਵੀ ਸੇਮ ਰਹੂਗਾ, 2022 ਦਾ ਵੀ ਸੇਮ ਰਹੂਗਾ। ਇਹ ਜਿਹੜਾ ਮਤਲਬ ਅਵਾਰਡ ਦਿੱਤਾ ਜਾਂਦਾ ਪੁਲਿਸ ਦਾ, ਠੀਕ ਹੈ, ਜਿਹੜਾ ਬੈਸਟ ਪੁਲਿਸ ਸਟੇਸ਼ਨ ਮੰਨਿਆ ਗਿਆ, ਇਹ ਕਿਹਦੇ ਵਿੱਚੋਂ ਹੈ? ਇਹ ਜਿਹੜੀ ਫੀਡਬੈਕ ਹੈ ਉਹਦੇ ਪਰਪਸ ਤੇ ਦਿੱਤਾ ਜਾਂਦਾ, ਮਤਲਬ 20% ਤਾਂ ਸਿਰਫ ਤੇ ਸਿਰਫ ਫੀਡਬੈਕ ਤੇ ਡਿਪੈਂਡ ਕਰਦਾ। ਉਸ ਤੋਂ ਸਿਵਾ ਕਿੰਨੇ ਕੇਸਿਸ ਸੋਲਵ ਕੀਤੇ ਆ, ਠੀਕ ਹੈ, ਕਿੰਨੀਆਂ ਫਾਈਲਸ ਪੈਂਡਿੰਗ ਹੈ, ਠੀਕ ਹੈ, ਜਾਂ ਉਹ ਜਗ੍ਹਾ ਤੇ ਕਿਹੋ ਜਿਹੇ ਕ੍ਰਿਮੀਨਲ ਚੱਲ ਰਹੀਆਂ ਨੇ, ਮਤਲਬ ਐਕਟੀਵਿਟੀਜ਼ ਚੱਲ ਰਹੀਆਂ ਨੇ, ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ। For what purpose Lieutenant Governor of Ladakh R.K. Mathur recently launched UL PIN scheme? ਹੁਣ UL ਜਿਹੜੀ ਪਿਨ ਸਕੀਮ ਹੈ ਜਿਹੜੀ ਰੀਸੈਂਟਲੀ ਲਾਂਚ ਕੀਤੀ ਗਈ ਹੈ ਕਿਹਦੇ? ਜੰਮੂ ਐਂਡ ਕਸ਼ਮੀਰ ਦੇ, ਸੌਰੀ ਲਦਾਖ ਦੇ। ਅਗਰ ਆਪਾਂ ਗਵਰਨਰ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜਾਊਗਾ? R.K. ਮਾਥੁਰ। ਕਿਹੜੇ ਕੌਣ ਆ ਜਾਣਗੇ? R.K. ਮਾਥੁਰ, ਜੋ ਲਦਾਖ ਦੇ ਕੀ ਨੇ? ਗਵਰਨਰ ਨੇ, ਠੀਕ ਹੈ। ਉਹਨਾਂ ਦੁਆਰਾ ਇੱਕ UL ਪਿਨ ਹੈ ਜਿਹੜੀ ਉਹ ਸਕੀਮ ਲਾਂਚ ਕੀਤੀ ਹੈ। ਹੁਣ UL ਪਿਨ ਸਕੀਮ ਹੈ ਕੀ ਹੈ? ਯੂਨੀਕ ਲੈਂਡ ਪਾਰਸਲ ਆਇਡੈਂਟੀਫਿਕੇਸ਼ਨ ਨੰਬਰ ਹੈ। ਕੀ ਹੈ? ਯੂਨੀਕ ਲੈਂਡ ਪਾਰਸਲ ਆਇਡੈਂਟੀਫਿਕੇਸ਼ਨ ਨੰਬਰ ਹੈ, ਠੀਕ ਹੈ। ਇਹ ਜਿਹੜਾ ਨੰਬਰ ਹੈ ਕਿੰਨਾ ਹੋਊਗਾ? 14 ਡਿਜਿਟ ਦਾ ਨੰਬਰ ਹੋਊਗਾ। ਕਿੰਨਾ ਹੋਊਗਾ? 14 ਡਿਜਿਟ ਦਾ ਜਿਹੜਾ ਨੰਬਰ ਹੋਊਗਾ ਉਹ ਹੈ। ਤਾਂ ਇਹਦੇ ਵਿੱਚ ਕੀ ਆ ਵੀ ਜਿਹੜੀ ਵੀ ਲੈਂਡ ਆ ਉਹ ਸਾਰੀ ਰਿਕਾਰਡ ਕੀਤੀ ਜਾਊਗੀ ਡਿਜੀਟਲ ਪਰਪਸ ਤੇ। ਤਾਂ ਆਪਣੇ ਕੋਲ ਕੀ ਆ ਜਾਊਗਾ ਇਹਦੇ ਵਿੱਚ? ਡਿਜੀਟਲਾਈਜੇਸ਼ਨ ਆਫ ਲੈਂਡ ਰਿਕਾਰਡ। ਆਪਸ਼ਨ C ਇਜ਼ ਦੀ ਰਾਈਟ ਆਂਸਰ। ਨੈਕਸਟ ਕੁਐਸਚਨ ਦੇਖੋ ਆਪਣੇ ਕੋਲ, हु इज़ द विनर ऑफ मेंस सिंगल कैटेगरी? किदी गया? मेंस सिंगल कैटेगरी ते क्या है, ठीक है, इन द योनेक्स सनराइज, अच्छा इंडिया ओपन। ओके, बैडमिंटन का एक जो चैंपीयनशिप हो रही सी इंडिया के जो हो रहा है यूनिक सनराइज इंडिया ओपन 2023, ਉਹਦੇ ਵਿੱਚ ਵਿਨਰਸ ਦੀ ਗੱਲ ਕਰੀਏ ਤਾਂ ਮੈਂਸ ਦੇ ਫੋਕਸ ਕੀਤਾ ਗਿਆ। ਤਾਂ ਮੈਂਸ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜਾਏਗਾ? ਕੁਨਲਾਵੋਤ ਜਿਹੜੇ ਪਰਸਨ ਸੀਗੇ ਉਹ ਵਿਨਰ ਰਹੇ ਆ। ਇਹ ਕਿੱਥੋਂ ਦੇ ਨੇ? ਇਹ ਥਾਈਲੈਂਡ ਦੇ ਨੇ,
कित्थों दे रहने वाले थाईलैंड दे। लेकिन यह किहदी गल कीती हुई है, मैंस की गल कीती हुई है। अगर मैं वूमेंस की गल करा तो वूमेंस के जिहड़े विनर आ कौन ने, किहड़ी कंट्री तो ने, तो यह दोनों चीज़ां तुसीं दसनियां। वेयर विल दी शंघाई कॉरपोरेशन ऑर्गेनाइजेशन SCO फिल्म फैसटिवल बीइंग हेल्ड। फिल्म फैसटिवल कित्थे होऊगा जिहड़ा अपने कोल 27 तो लैके 31 जनवरी दे विच होना। हुण इह फैसटिवल की गल करिए तो यह मुंबई दे विच हेल्ड हो रहा, कित्थे हो रहा, मुंबई के हेल्ड हो रहा, जिहदे विच की मूवीज़ दिखाई जाएगियाँ, ठीक है, अलग अलग कैटेगरीज दियाँ, अलग अलग लैंगुएज दियाँ, अलग अलग कल्चर दियाँ, मतलब जिन्ने भी SCO दे विच जिन्ने भी मैंबर कंट्रीज़ ने। तो SCO दे विच किन्ने मैंबर कंट्रीज़ ने, 9 मैंबर कंट्रीज़ ने। लास्ट किहड़ी ऐड हुई सी, लास्ट अपने कोल ईरान ऐड हुई सी। इंडिया कदों ऐड हुई सी, इंडिया 2017 दे विच ऐड हुई सी। इंडिया कल्ली नहीं आई सी, इंडिया नाल पाकिस्तान भी ऐड हुई सी। SCO बनी कदों सी, 2001 दे विच बनी सी। SCO तो पहला दा की नाम सी, शंघाई 5 इस तो पहला नाम सी, कदों बनिया सी, 1996 दे विच बनी सी, ठीक है। जो ये शंघाई 5 सी तो उदों किहड़ी कंट्री सीगियां, ते उस तो बाद जो 2001 दे विच SCO बनी तो उदों किहड़ी कंट्री ऐड हुई तो उहदे विच SCO बनी। तो ये कुछ क्वेश्चन है जिहड़े तुसीं आप फिगर आउट करने ने ते तुसीं आप इन्हां दे आंसर नाल दी नाल करदे रहो। Recently, satellite picture have surfaced of China building a dam on Mabja Zangbo River. It is tributaries of which Indian river? रीसेंटली की होया, इंडिया जो पाकिस्तान है एक रिवर के उत्ते की बना रहा, डैम बना रहा। किहड़े रिवर की गल कर रहे हैं आप, मबजा जंगबो रिवर की गल कर रहे हैं। हुण जिहड़ा यह रिवर है, यह एक जिहड़ी इंडियन रिवर है उहदी ट्रिब्यूटरीज दे विचों आ रहा। आपां किहदी गल कर रहे हैं, आपां कर रहे हैं गंगा दी। किहदी, गंगा ट्रिब्यूटरीज दे विचों यह रिवर आ जाता है। ओके, ठीक है, गंगा दी एक ट्रिब्यूटरीज है। होर इहदे च इंटरस्टिंग नहीं, चलो। For what purpose Starlink satellite project has launched by SpaceX? SpaceX द्वारा रिसेंटली किया गया सी, कुछ सैटेलाइट है जोड़े भेजे गए सी। किन्ने सैटेलाइट भेजे गए, 51 सैटेलाइट भेजे गए किहदे द्वारा, SpaceX द्वारा, ठीक है। किहड़ा रॉकेट यूज़ किया सीगा, फैल्कन 9 रॉकेट यूज़ किया गया। फैल्कन 9 इंटरस्टिंग रॉकेट क्यों है, क्योंकि वर्ल्ड का सब तो पहला ऐसा रॉकेट है जो आप रीयूज़ कर सकते हैं, ठीक है, या रीलॉन्च कर सकते हैं, ठीक है। 52 सैटेलाइट जोड़े भेजे गए थे वो सारे सारे काहदे लई सी, स्टार लिंक लई सीगे। जो स्टार लिंक की है, एक इंटरनेट प्रोवाइडिंग ब्रॉडकास्टिंग सिस्टम है, ठीक है, किहदा, एलन मस्क दा ही है, ठीक है। कीप एन आई फॉरेस्ट चेंज नहीं प्रोवाइडिंग हाई स्पीड इंटरनेट, जिहदा मेन पर्पस की है, ऑल ओवर दी अर्थ अगर तुसीं किते भी हो तुहानूं स्टारलिंक के थ्रू की है इंटरनेट सर्विस प्रोवाइड की जाऊगी, वो भी हाई स्पीड। इंडिया दे विच किते भी हो, चाहे कोई मतलब ऐ जे कॉन्टीनेंट ते हो जिथे सिग्नल तक नहीं आते, उत्थे भी तुहानूं इंटरनेट सर्विस प्रोवाइड की जाऊगी। वो किवें की जाऊगी, क्योंकि स्टारलिंक द्वारा की किया जाऊगा, लो अर्थ ऑर्बिट दे विच उन्हें अपने सैटेलाइट भेजने हैं। किन्ने सैटेलाइट भेजने हैं, अराउंड 42,000 सैटेलाइट उन्हें भेजने हैं, ठीक है। तो उन्होंने द्वारा वो की करूगा, पूरी अर्थ नूं कवर करके सारे किते वो की करूगा, इंटरनेट प्रोवाइड करूगा। उन्हें 2 फेज दे विच काम होगा। पहले फेज दे विच अराउंड 12,000 सैटेलाइट भेजने, दूजे फेज दे विच अराउंड 30,000 है जिहड़े सैटेलाइट वो भेजने। जिवें हुण 52 भेजे तो यह पहले फेज का काम जिहड़ा चल रहा है। तो ये ऐदा है भी जिथे जिथे सैटेलाइट फिक्स हो जाएंगे तो उत्थे उत्थे इंटरनेट सर्विस शुरू कर दी जाऊगी। वेयर हैज़ द वर्ल्ड्स लॉन्गेस्ट कैलीग्राफिक म्यूरल बीइंग बिल्ट रिसेंटली, किहड़ी जगह पर बिल्ट की गई है। तो ये एक चीज़ होर गल रखो, मूरल का की मतलब होंदा, मूरल का मतलब होंदा भी किसी रोड के उत्ते जिहड़ी मतलब कुछ राइटिंग की गई है तो उन्होंने की कहते हैं, मूरल कहेंगे, उन्होंने की कहते हैं, मूरल कहते हैं। कैलीग्राफी की होंदा, राइटिंग दे विच कुछ चीज़ लिखा जाए, मतलब राइटिंग की कहते हैं, कैलीग्राफी करते हैं वधिया तरीके नाल अगर राइटिंग हुई होगी। ओके, तो यह कित्थे किया गया, मैका दे विच किया गया। कित्थे किया गया है, मैका दे विच किया गया। ये इंटरस्टिंग क्वेश्चन की बनता है भी ये किहदे द्वारा की गई सी, तो अपने कोल की नाम आ जाऊगा, उन्होंने नाम की सीगा, अमल, जिन्होंने द्वारा की गई सी, जिहड़े पर्सन द्वारा ये कैलीग्राफी की गई है। Recently, the Air Force has announced to organize parallel exercise in northeast India, which is the headquarter of Eastern Command of the Air Force located. हाँ जी, Air Force का Eastern Command कित्थे लोकेटेड है, जिथे एक्सरसाइज कंडक्ट की गई है परेले, तो अपने को की आ जाऊगा शिलोंग कित्थे आ जाऊगा, शिलोंग। हाँ जी, जिमें कि जो ये न्यूज़ कराई सी उदों भी थोड़े तो पूछा सी, अगेन हुण मैं दोबारे पूछने, ये कमेंट बॉक्स दे विच आंसर जरूर करना। अगर मैं गल करा IAF इंडियन एयरफोर्स दे, ये टोटल कमांड स्टेशन इन्हां दे किन्ने हैं इंडिया दे विच, टोटल कमांड स्टेशन किन्ने ने ते कित्थे ने, कित्थे ने, यह चीज़ पता होना बहुत जरूरी है, ठीक है।
दी चीफ गेस्ट ऑफ 74 रिपब्लिक डे सैलीब्रेशन विल बी कौन सी चीफ गेस्ट अपने अब्दुल फतेह अल सीसी जो कि सीगे इजिप्ट दे की सीगे ने प्रेजिडेंट ने इजिप्ट दे की ने प्रेजिडेंट ने दी थीम ऑफ नैशनल वोटर्स डे हाँ जी नैशनल वोटर्स डे दी थीम की है नैशनल वोटर डे किस दिन सैलीब्रेट किया जाता तो अपने को आ जाऊगा 25 जनवरी पक्की गल है 25 जनवरी ਨੂੰ ਹੁੰਦਾ 25 जनवरी ਨੂੰ ਇਹ ਜੀ ਕੀ ਖਾਸੀਅਤ ਸੀ 25 जनवरी ਨੂੰ ਇਹ ਜਿਹਾ ਕੀ ਹੈ ਕਿ ਉਸੇ ਦਿਨ ਹੀ ਨੈਸ਼ਨਲ ਵੋਟਰਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ ਨੈਸ਼ਨਲ ਵੋਟਰਸ ਡੇ ਸਭ ਤੋਂ ਪਹਿਲੀ ਵਾਰੀ ਕਿਹੜੇ ਸਾਲ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਸੀ ਤਾਂ ਸਭ ਤੋਂ ਪਹਿਲੀ ਵਾਰੀ 2011 ਵਿੱਚ ਨੈਸ਼ਨਲ ਵੋਟਰਸ ਡੇ ਸੈਲੀਬ੍ਰੇਟ ਕੀਤਾ ਗਿਆ ਸੀ ਉਸ ਟਾਈਮ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਕੌਣ ਪ੍ਰਤਿਭਾ ਪਟੇਲ ਉਹਨਾਂ ਦੁਆਰਾ ਇਹ ਕੀਤਾ ਗਿਆ ਸੀਗਾ ਠੀਕ ਹੈ ਫਰਦਰ 25 ਜਨਵਰੀ ਹੀ ਕਿਉਂ 25 ਜਨਵਰੀ ਇਸ ਕਰਕੇ ਗੱਲ ਹੈ ਕਿ ਉਸ ਦਿਨ ਅਗਰ ਆਪਾਂ ਗੱਲ ਕਰੀਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ 25 ਜਨਵਰੀ ਨੂੰ ਹੀ ਫਾਰਮ ਹੋਇਆ ਸੀ ਕਦੋਂ 1950 ਦੇ ਵਿੱਚ ਕਦੋਂ 1950 ਦੇ ਵਿੱਚ ਠੀਕ ਹੈ ਤਾਂ ਇਹਦਾ ਕੀ ਹੈ ਆਪਸ਼ਨ ਵੀ ਨਥਿੰਗ ਲਾਈਕ ਵੋਟਿੰਗ ਆਈ ਵੋਟ ਫॉर श्योर ਇਜ਼ ਦੀ ਥੀਮ ਆਫ ਨੈਸ਼ਨਲ ਵੋਟਿੰਗ ਡੇ under whose chairmanship the oversight committee has been constituted by central government to oversee the functioning of wrestling federation ਓਕੇ ਔਰ ਰੈਸਲਿੰਗ ਫੈਡਰੇਸ਼ਨ ਜਿਹੜੀ ਹੈਗੀ ਹੈ ਇੰਡੀਆ ਦੀ ਤਾਂ ਉਹਨੂੰ ਜਿਹੜੀ ਵੀ ਉਹਦੇ ਓਵਰਸੀ ਜਾਂ ਉਹਦੇ ਧਿਆਨ ਰੱਖਣ ਲਈ ਉਹਨੂੰ ਦੇਖਣ ਲਈ ਇੱਕ ਸਪੈਸ਼ਲ ਕਮੇਟੀ ਫਾਰਮ ਕੀਤੀ ਗਈ ਹੈ ਤਾਂ ਫਾਰਮ ਜਿਹੜੀ ਕਮੇਟੀ ਫਾਰਮ ਕੀਤੀ ਹੈ ਉਹਦੇ ਹੈੱਡ ਰੱਖੇ ਨੇ ਚੇਅਰਮੈਨ ਦਿੱਤੀ ਗਈ ਹੈ ਕਿਸੇ ਨੂੰ ਚੇਅਰਮੈਨ ਤਾਂ ਨਹੀਂ ਚੇਅਰਪਰਸਨ ਰੱਖੇ ਗਏ ਨੇ ਕੌਣ ਹੈ ਮੈਰੀ ਕੋਮ ਕੋ ਰੱਖਿਆ ਮੈਰੀ ਕੋਮ ਹੁਣ ਇਹਦੇ ਪਿੱਛੇ ਰੀਜ਼ਨ ਕੀ ਹੈ ਵੀ ਇਹ ਫੰਕਸ਼ਨ ਕਿਉਂ ਕੀਤਾ ਗਿਆ ਹੈ ਜਾਂ ਮਤਲਬ ਕਮੇਟੀ ਕਿਉਂ ਬਣਾਈ ਗਈ ਤਾਂ ਉਹਦੇ ਪਿੱਛੇ ਕੀ ਹੈ ਕਿ ਬਹੁਤ ਸਾਰੇ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਆ ਰਹੇ ਸੀਗੇ ਠੀਕ ਹੈ ਕੋਚਿਸ ਦੇ ਅਗੇਂਸਟ ਠੀਕ ਹੈ ਤੇ ਈਵਨ ਜਿਹੜੀ ਆਪਣੀ ਇੰਡੀਅਨ ਰੈਸਲਿੰਗ ਫੈਡਰੇਸ਼ਨ ਹੈ ਉਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਦੇ ਅਗੇਂਸਟ ਵੀ ਕਾਫੀ ਸਾਰੇ ਇਹੋ ਜਿਹੇ ਕੇਸਿਸ ਰਹੇ ਜਿਹਦੇ ਕਰਕੇ ਮੈਰੀ ਕੋਮ ਨੂੰ ਇੱਕ ਓਵਰਸੀ ਕਮੇਟੀ ਦਾ ਚੇਅਰਪਰਸਨ ਚੁਣਿਆ ਗਿਆ ਹੈ ਤਾਂ ਕਿ ਉਹ ਕੀ ਕਰਨ ਓਵਰਲੁੱਕ ਕਰ ਸਕਣ ਦੇਖ ਸਕਣ ਵੀ ਐਕਟੀਵਿਟੀਜ਼ ਇਹੋ ਜਿਹੀਆਂ ਕਿੰਨੀਆਂ ਹੋ ਰਹੀਆਂ ਕਿਉਂ ਹੋ ਰਹੀਆਂ ਤੇ ਉਹਦੇ ਅਗੇਂਸਟ ਐਕਸ਼ਨ ਲੈ ਸਕਣ Which exercise is been conducted by Indian Navy in Indian Ocean हाँ जी Indian Ocean ਦੇ ਵਿੱਚ Indian Navy ਦੁਆਰਾ ਕਿਹੜੀ ਇੱਕ ਐਕਸਰਸਾਈਜ਼ ਹੈ ਜਿਹੜੀ ਕੰਡਕਟ ਕੀਤੀ ਜਾ ਰਹੀ ਹੈ ਤਾਂ ਆਪਣੇ ਕੋਲ ਕੀ ਆ ਜਾਊਗਾ ਟ੍ਰੋਪੈਕਸ 2020 ਦੀ ਕਿਹਦੇ ਦੁਆਰਾ ਟ੍ਰੋਪੈਕਸ 2020 ਦੀ ਹੁਣ ਟ੍ਰੋਪੈਕਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਕੌਣ ਪਾਰਟਿਸਿਪੇਟ ਕਰ ਰਿਹਾ ਜਾਂ ਸਿਰਫ ਤੇ ਸਿਰਫ ਇੰਡੀਅਨ ਨੇਵੀ ਹੀ ਹੈ ਉਹੀ ਪਾਰਟਿਸਿਪੇਟ ਕਰ ਰਹੀ ਹੈ हिमाचल प्रदेश सेलिब्रेटेड इज 53rd फाउंडेशन डे ऑन 25 जनवरी 2023 करो 25 जनवरी ਨੂੰ ਮਨਾਇਆ ਜਾਂਦਾ ਹੈ 2023 ਨੂੰ ਜਿਹੜਾ ਇਸ ਵਾਰ ਮਨਾਇਆ ਗਿਆ ਤਾਂ ਉਹ ਕਿੰਨਾ ਸੀ 53rd ਸੀਗਾ ਇਹ ਜਿਹੜਾ ਕਦੋਂ ਫਾਰਮ ਹੋਈ ਸੀ ਹਿਮਾਚਲ ਪ੍ਰਦੇਸ਼ ਕਿਹੜੇ ਸਾਲ ਬਣੇ ਸੀ ਤਾਂ ਆਪਣੇ ਕੋਲ ਕੀ ਆ ਜਾਊਗਾ ਈਅਰ 1971 ਦੇ ਵਿੱਚ ਬਣੀ ਸੀ ਜਦੋਂ ਇਹ ਬਣੀ ਸੀ ਇਹ ਕਿੰਨਵੀਂ ਸੀ 18th ਸਟੇਟ ਸੀਗੇ ਕਿੰਨਵੀਂ ਸੀ 18th ਸਟੇਟ ਸੀ ਇੰਡੀਆ ਦੀ ਹੁਣ ਮੇਰੇ ਕੋਲ ਫਰਦਰ ਕੁਐਸਚਨ ਕੀ ਹੈ ਜਿਵੇਂ ਪੰਜਾਬ ਤੋਂ ਹਰਿਆਣਾ ਬਣਿਆ ਉਵੇਂ ਪੰਜਾਬ ਤੋਂ ਹਿਮਾਚਲ ਬਣਿਆ ਅਗਰ ਉਵੇਂ ਹੀ ਪੰਜਾਬ ਤੋਂ ਮੈਂ ਹਰਿਆਣਾ ਦੀ ਗੱਲ ਕਰਾਂ ਤਾਂ ਹਰਿਆਣਾ ਕਿਹੜੇ ਈਅਰ ਦੇ ਵਿੱਚ ਬਣੀ ਹੈ ਕਿਹੜੀ ਕਿੰਨਵੀਂ ਸਟੇਟ ਸੀਗੀ ਜਦੋਂ ਇਹ ਬਣੀ ਸੀਗੀ ਠੀਕ ਹੈ ਤੇ ਕਿਸ ਦਿਨ ਦੀ ਗੱਲ ਹੈ ਡੇ ਦੀ ਵੀ ਗੱਲ ਕਰ ਸਕਦੇ ਹਾਂ ਕਿਹੜੇ ਦਿਨ ਬਣੀ ਸੀ ਡੇ ਤੋਂ ਮੇਰਾ ਮਤਲਬ ਕੀ ਹੈ ਡੇਟ ਦਾ ਠੀਕ ਹੈ ਇਹ ਵੀ ਪਤਾ ਹੋਣੀ ਚਾਹੀਦੀ ਹੈ where has the largest floating solar plant north india ਅੱਛਾ north india ਦੀ ਗੱਲ ਕਰੀਏ ਤਾਂ north india ਵਿੱਚ ਕਿਹੜੀ ਜਗ੍ਹਾ ਤੇ largest floating ਜਿਹੜਾ ਮਤਲਬ solar plant ਆ ਉਹ ਬਣ ਰਿਹਾ ਹੁਣ largest ਤੋਂ ਕੀ ਮਤਲਬ largest ਸਿਰਫ ਤੇ ਸਿਰਫ north india ਦਾ ਲਾਰਜੈਸਟ ਸਿਰਫ ਤੇ ਸਿਰਫ ਨਾਰਥ ਇੰਡੀਆ ਦਾ ਉਹਦੀ ਗੱਲ ਕੀਤੀ ਤਾਂ ਉਹਦੇ ਵਿੱਚ ਆਪਣੇ ਕੋਲ ਕੀ ਆ ਜਾਊਗਾ ਚੰਡੀਗੜ੍ਹ ਅਗਰ ਇਸ ਤੋਂ ਸਿਵਾ ਅਗਰ ਗੱਲ ਕਰੀਏ ਜਿਹੜੇ ਹੋਰ ਦੋ ਨੇ ਉਹਨਾਂ ਦੇ ਨਾਮ ਕਿਹੜੇ ਨੇ ਦੱਸੋ ਜਰਾ ਤੁਸੀਂ ਦੱਸੋ ਠੀਕ ਹੈ ਕਿਹੜੇ ਕਿੱਥੇ ਨੇ ਸਿਟੀ ਵੀ ਦੱਸਣੀ ਹੈ ਤੇ ਸਟੇਟ ਵੀ ਦੱਸਣੀ ਹੈ ਦੋਨੋਂ ਹੀ ਚੀਜ਼ਾਂ ਦੱਸਣੀਆਂ ਠੀਕ ਹੈ ਜੀ ਲਿਖੀ ਦਿਨਾ ਸਿਟੀ ਵੀ ਤੇ ਸਟੇਟ ਵੀ ਐਦਾਂ ਤੁਸੀਂ ਮੰਨਦੇ ਨਹੀਂ Recently, which project has been announced by NASA to make nuclear thermal rocket engine? ਅੱਛਾ ਕਿਹੜਾ ਪ੍ਰੋਜੈਕਟ ਅਨਾਉਂਸ ਕੀਤਾ ਗਿਆ ਸੀ ਨਾਸਾ ਦੁਆਰਾ ਜਿਹਦੇ ਵਿੱਚ ਉਹਨਾਂ ਨੇ ਨਿਊਕਲੀਅਰ ਥਰਮਲ ਰੋਕਟ ਇੰਜਨ ਆ ਜਿਹੜਾ ਉਹ ਕੀ ਕਰਨਗੇ ਯੂਜ਼ ਕਰਨਗੇ ਤਾਂ ਕਿਹਦੀ ਗੱਲ ਕਰ ਰਹੇ ਆਪਾਂ ਡਰੈਕੋ ਦੀ ਗੱਲ ਕਰ ਰਹੇ ਹਾਂ ਡਰੈਕੋ ਜਿਹੜਾ ਪ੍ਰੋਜੈਕਟ ਇਹ ਨਾਸਾ ਦੁਆਰਾ ਅਨਾਉਂਸ ਕੀਤਾ ਗਿਆ ਸੀ ਹੁਣ ਲੇਕਿਨ ਅਗਰ ਆਪਾਂ ਗੱਲ ਕਰੀਏ ਜਿਹੜਾ ਨਾਸਾ ਦੁਆਰਾ ਇਹ ਜਿਹੜਾ ਇੰਜਨ ਟੈਸਟ ਕੀਤਾ ਜਾ ਰਿਹਾ ਹੈ ਇਹਦਾ ਮੇਨ ਪਰਪਸ ਕੀ ਹੈ ਇਹਦਾ ਮੇਨ ਪਰਪਸ ਇਹ ਸੀ ਕਿ 2027 ਤੱਕ ਨਾਸਾ ਨੇ ਮਾਰਸ ਤੇ ਮੈਂਡ ਮਿਸ਼ਨ ਇਹ ਮਤਲਬ ਕਰਨਾ ਹੈ
ਵੀ ਮਾਰਕਸ ਦਿਓ ਕਿ ਬਸ ਭੇਜ ਸਕਣ, ਬੰਦੇ ਭੇਜ ਸਕਣ, ਜਲਦੀ ਤੋਂ ਜਲਦੀ ਉਹ ਭੇਜ ਸਕਣ, ਜਿਹਦੇ ਕਰਕੇ ਉਹ ਡਰੈਕੋ ਦੇ ਇਹ ਚੀਜ਼ ਸ਼ੁਰੂ ਕੀਤੀ ਹੈ। ਤੇ ਅਗਰ ਮੈਂ ਇਹ ਪੁੱਛਾਂ ਕਿ ਨਾਸਾ ਦੇ ਨਾਲ ਮਿਲ ਕੇ ਹੋਰ ਕਿਹੜਾ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿਹੜੀ ਇਹ ਕੰਮ ਕਰ ਰਹੀ ਹੈ, ਤਾਂ ਆਪਣੇ ਕੋਲ ਕੀ ਆ ਜਾਊਗਾ, ਡਾਰਪੋ। ਕਿਹੜੀ ਆ ਜਾਊਗੀ, ਡਾਰਪੋ ਆ ਜਾਊਗੀ। ਠੀਕ ਹੈ, ਦੋਨੋਂ ਮਿਲ ਕੇ ਹੀ ਇਹ ਰੋਕੇਟ ਹੈ, ਜਿਹੜਾ ਰੋਕੇਟ ਹੈ ਉਹਨੂੰ ਟੈਸਟ ਕਰ ਰਿਹਾ ਹਜੇ। in which regional language will the Supreme Court judgment has been translated through the recent e-launch inspection software? ਅੱਛਾ, ਇਹਨਾਂ ਦੇ ਵਿੱਚੋਂ ਜਿਹੜੀ ਆਪਣੇ ਕੋਲ ਆਪਸ਼ਨਸ ਗਿਵਨ ਨੇ, ਤਾਂ CGI ਨੇ ਕੀ ਕਿਹਾ, ਚੀਫ ਜਸਟਿਸ ਆਫ ਇੰਡੀਆ ਨੇ ਕੀ ਕਿਹਾ ਵੀ ਸੁਪਰੀਮ ਕੋਰਟ ਜਿਹੜੀ ਵੀ ਜਜਮੈਂਟ ਪਾਸ ਕਰੂਗੀ ਤਾਂ ਉਹਨੂੰ ਮਤਲਬ ਕੁਝ ਲੈਂਗੁਏਜ ਦੇ ਵਿੱਚੋਂ ਮਤਲਬ ਰੀਜਨਲ ਲੈਂਗੁਏਜ ਜਿਹੜੀਆਂ ਕੁਝ ਚੂਜ਼ ਕੀਤੀਆਂ ਗਈਆਂ ਉਹਦੇ ਵਿੱਚ ਉਹਨਾਂ ਨੂੰ ਮਤਲਬ ਉਹ ਜਜਮੈਂਟ ਨੂੰ ਟਰਾਂਸਲੇਟ ਕਰਨਾ ਪਊਗਾ। ਇੱਦਾਂ ਨਹੀਂ ਹੈ ਕਿ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਹੀ ਰੱਖਣਾ ਪਊਗਾ, ਉਹਨਾਂ ਨੂੰ ਟਰਾਂਸਲੇਟ ਕਰਨਾ ਪਊਗਾ। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਲੈਂਗੁਏਜ ਹੈ ਜਿਹਦੇ ਵਿੱਚ ਗੱਲ ਕੀ ਹੈ, तमिल, हाँ जी तमिल भी अप्रूव की गई है, गुजराती भी की है, ओडिया भी किया, मतलब ऑल ऑफ दिस। लेकिन अगर इतने पूछा जाए टोटल किनिया लैंग्वेज कई ने, तो अपने को क्या आएगा टोटल लैंग्वेज LANGUAGES लैंग्वेजेस टोटल 4 लैंग्वेज की गल की हुई है। ठीक है, 3 तो यही हो गया, चौथी अपने को किहड़ी आ जाएगी, चौथी आ जाएगी हिंदी। चौथी अपने को किहड़ी आ गई, हिंदी आ गई। भी ये 4 लैंग्वेज के जजमेंट भी ट्रांसलेट होनी चाहिए है। On Republic Day, which one person of Indian origin, ठीक है, has been announced to award Padam Vibhushan? हाँ जी, इंटरेस्टिंग क्वेश्चन है। इंटरेस्टिंग क्वेश्चन इसलिए है तो यह क्वेश्चन मैं थोड़े ते छड्डूंगा। ਉਹਦੇ ਪਿੱਛੇ ਰੀਜ਼ਨ ਕੀ ਹੈ, देखो 2 चीज़ें ध्यान रखना है। एक और की लिखा इंडियन ओरिजिन, मतलब इस वक्त तो कितने बाहर नहीं, मतलब कि गल हो रही है, NRI की गल हो रही है। थोड़ा याद होगा भी जेडे भी NRI को अवॉर्ड मिले, टोटल कितने अवॉर्ड मिले है, टोटल 2 अवॉर्ड मिले हुण तक, टोटल 2 अवॉर्ड मिले है। तो 2 परसन किहड़े उन्होंने एक परसन की गल करिए तो अपने को पद्म विभूषण की गल हो रही है। ठीक है, उस तो सिवा अगर आप टोटल की गल करिए तो टोटल किन्ने पद्म भूषण मिले, तो आप सॉरी अगर आप पद्म विभूषण की गल करिए तो 6 पद्म भूषण की गल करिए तो 9, तो पद्म श्री की गल करिए तो अपने को किन्ने आ जाएंगे 91, किन्ने आ जाएंगे 91। तो टोटल किन्ने हो गए है 106 हो गए। जिहदे चो अगर 19 की गल करिए तो 19 किनू मिले, 19 वूमेंस नू दिते गए ने, 19 किनू दिते गए, वूमेंस नू दिते गए। ठीक है, 2 किनू दिते गए, 2 NRI नू दिते गए। ठीक है, तो यह आंसर तुसी करना है। ठीक है जी, How many teams has been announced for the first season of Women Premier League? हाँ जी, Women Premier League 2023 ਦੇ ਵਿੱਚ ਜਿਹੜਾ ਬਣ ਰਿਹਾ ਤਾਂ ਉਹਦੇ ਵਿੱਚ ਕਿੰਨੀਆਂ ਜਿਹੜੀਆਂ ਟੀਮਸ ਨੇ ਅਨਾਉਂਸ ਕੀਤੀਆਂ ਗਈਆਂ ਵੂਮਨਸ ਦੀਆਂ। हाँ जी, ਕਿੰਨੀਆਂ ਟੀਮ ਅਨਾਉਂਸ ਕੀਤੀਆਂ ਗਈਆਂ ਤਾਂ ਆਪਣੇ ਕੋਲ ਕਿੰਨੀ ਆ ਜਾਣਗੀਆਂ 5 ਟੀਮ ਅਨਾਉਂਸ ਕੀਤੀਆਂ ਗਈਆਂ। ਹੁਣ 5 ਟੀਮ ਦੀ ਗੱਲ ਕਰੀਏ ਤਾਂ 5 ਟੀਮਾਂ ਕਿਹੜੀਆਂ ਨੇ ਅਹਿਮਦਾਬਾਦ। ਠੀਕ ਹੈ, ਅਹਿਮਦਾਬਾਦ ਤੋਂ ਬਾਅਦ ਲਖਨਊ, ਦਿੱਲੀ, बेंगलोर, अहमदाबाद, लखनऊ, दिल्ली, बेंगलोर, एक रह गई। एक केड़ी रह गई, चलो तुसी दसो। अहमदाबाद हो गया, दिल्ली हो गया, बेंगलोर हो गया, लखनऊ हो गया, गुजरात तो ये ही कवर हो गया, बेंगलोर ਉਹਦੇ ਦੁਆਰਾ ਕੀਤੀ ਗਈ ਹੈ, लखनऊ ਉਹਦੇ ਦੁਆਰਾ ਕੀਤੀ ਗਈ ਹੈ। एक चीज़ रह गई, एक ਕਿਹੜੀ रह गई, मैं भी भुल गया। चलो तुसी कमेंट करके दसो। ओके, who has been उरे आऊगा, who has been। ठीक है, who has been launched by सेंट्रल गवर्नमेंट रिसेंटली। क्वेश्चन गलत हो रहा। ओके, क्वेश्चन अपने को ऐसा चलूगा सेंट्रल गवर्नमेंट रिसेंटली, तो आप क्वेश्चन फॉर्म कर लें कि यूपिन की गल करिए, यूविन की गल करिए, यूविन हैज बीन लॉन्च्ड रिसेंटली बाय सेंट्रल गवर्नमेंट, है ना। यूविन की गल हो रही है, फॉर विच परपस, कादे लई यूविन है वो जिहड़ा लॉन्च किया गया। ठीक है, क्वेश्चन इस तरीके फेम होना सी। ठीक है, भी जिहड़ा यूपिन जिहड़ा रिसेंटली लॉन्च किया गया यूविन, ठीक है, वो क्यों लॉन्च किया गया, किहदे परपस लई लॉन्च किया गया। ठीक है, किहदे द्वारा लॉन्च किया गया, क्वेश्चन दे विच लिखा हुआ है सेंट्रल गवर्नमेंट द्वारा लॉन्च किया गया। रजिस्ट्रेशन ऑफ प्रेगनेंट मूवमेंट, बिल्कुल जी बिल्कुल, रजिस्ट्रेशन ऑफ प्रेगनेंट मूवमेंट लई लॉन्च किया गया। ठीक है, कीपिंग दी रिकॉर्ड्स और डिलीवरी, बिल्कुल सही। ठीक है, कीपिंग दी डिजिटल रिकॉर्ड और वैक्सीन ऑफ ऑल, मतलब अपने को किया गया ऑप्शन डी। ये 4 ही परपस लई जिहड़ा यूविन है एक नवा पोर्टल है जिहड़ा लॉन्च किया गया है। ठीक है, यूविन क्यों लॉन्च किया है, अगर आप कोविन की गल करिए, जिहड़ा कोविन वाला पोर्टल से वो सक्सैस होने तो बाद इस पोर्टल पर भी फोकस किया गया है। ठीक है, हु इज़ द ओनली इंडियन बैट्समैन टू मेक इट टू ICC
ਟੀਮ ਆਫ ਦ ਈਅਰ 2022 ਕੀ ਦੀ ਗੱਲ ਕਰ ਰਿਹਾ ਆਈਸੀਸੀ ਟੈਸਟ ਟੀਮ ਦੀ ਗੱਲ ਕਰ ਰਿਹਾ ਟੈਸਟ ਟੀਮ ਦੇ ਵਿੱਚ ਸਿਰਫ ਇਕਲੌਤੇ ਐਜ ਕਿਹੜੇ ਪਲੇਅਰ ਨੇ ਤਾਂ ਆਪਣੇ ਕੋਲ ਕੀ ਆ ਜਾਊਗਾ ਰਿਸ਼ਭ ਪੰਤ ਕਿਹੜੇ ਪਲੇਅਰ ਨੇ ਰਿਸ਼ਭ ਪੰਤ ਨੇ ਇਕਲੌਤੇ ਇੰਡੀਅਨ ਨੇ ਜਿਹੜੇ ਇਸ ਦੇ ਵਿੱਚ ਐਡ ਹੋਏ ਨੇ ਅਦਰਵਾਈਜ਼ ਬਾਕੀ ਸਾਰੇ ਆਪਾਂ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਕਿੰਨੇ ਪਲੇਅਰ ਨੇ ਆਸਟ੍ਰੇਲੀਆ ਦੇ 4 ਪਲੇਅਰ ਨੇ ਕਿਉਂਕਿ ਸਭ ਤੋਂ ਜ਼ਿਆਦਾ ਪਲੇਅਰ ਨੇ ਇਸ ਲਈ ਤੇ ਫੋਕਸ ਕੀਤਾ ਜਾਏਗਾ ਅਗਰ ਆਪਾਂ ਇਹੀ ਟੈਸਟ ਟੀਮ ਦੀ ਗੱਲ ਕਰੀਏ ਤਾਂ ਇਹੀ ਟੈਸਟ ਟੀਮ ਦੇ ਅਗਰ ਕੈਪਟਨ ਦੀ ਗੱਲ ਕਰੀਏ ਤਾਂ ਕੈਪਟਨ ਕੌਣ ਅਪਾਇੰਟ ਹੋਣੇ ਬੈਨ ਸਟੋਕ ਕੌਣ ਅਪਾਇੰਟ ਹੋਣੇ ਬੈਨ ਸਟੋਕ ਅਪਾਇੰਟ ਹੋਏ ਨੇ ਚਲੋ ਜੀ दैट्स ऑल फॉर टुडे आज ਲਈ ਇੰਨਾ ਬਹੁਤ ਹੈ ठीक है तो ये सीरीज़ है जी थोड़ा किस तरीके हेल्प करूगी भी जेडे अगे आने वाले अपने एग्जाम ने जिहदे PSSSB क्लर्क हो गया वीडियो हो गया ठीक है एक्साइज इंस्पैक्टर हो गया PPSC के जेडे अपने सीनियर असिस्टेंट के एग्जाम आने तो उस तो अगे भी अगे ਜਿਹੜੇ पंजाब पुलिस के एग्जाम आने या पटवारी के एग्जाम आने तो ਆਪਾਂ ਨੂੰ एटलीस्ट ਇੰਨਾ ਦਾ पता है कि 6 महीने का करंट अफेयर का घट्टो घट्ट करके जाना ही पऊगा ठीक है तो उन्होंने लिए तैयारी बन के रखो खिंच के रखो तो आज लिए इन्ना मोटा डेट्स ऑल फॉर टुडे टेक केयर बाय बाय सी यू एंड जय हिंद।